ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼ ਏਸ਼ੀਆ ਪੰਜਾਬੀ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਕੋਲੇ ਅੱਜ ਇੱਕ ਵਾਰ ਫਿਰ ਹਾਜ਼ਰ ਹੋਇਆ ਤੇ ਅੱਜ ਦਾ ਵਿਸ਼ਾ ਰਹੇਗਾ ਹੱਥ ਪੈਰ ਸੁੰਨ ਕਿਉਂ ਹੁੰਦੇ ਨੇ। ਹੱਥਾਂ ਪੈਰਾਂ ਦੀਆਂ ਕੁਝ ਹੋਰ ਬਿਮਾਰੀਆਂ ਨੂੰ ਲੈ ਕੇ ਆਪਾਂ ਇਹਨਾਂ ਤੋਂ ਸਵਾਲ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਹ ਅਲਾਮਤਾਂ ਸਰੀਰ ਦੇ ਵਿੱਚ ਆਉਂਦੀਆਂ ਕਿਉਂ ਨੇ ਤੇ ਇਹਦੇ ਇਲਾਜ ਕੀ ਨੇ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਦੇ। ਡਾਕਟਰ ਸਾਹਿਬ, ਅਕਸਰ ਇੱਕ ਇਨਸਾਨ ਨੂੰ ਜਿਹੜਾ ਸ਼ਿਕਾਇਤ ਰਹਿੰਦੀ ਹੈ ਕਿ ਹੱਥ ਪੈਰ ਮੇਰੇ ਸੁੰਨ ਹੋਣ ਲੱਗ ਗਏ, ਮੇਰੇ ਹੱਥ ਪੈਰਾਂ 'ਚ ਖਾਰਿਸ਼ ਹੋਣ ਲੱਗ ਗਈ, ਮੇਰੇ ਹੱਥ ਪੈਰਾਂ ਦੇ ਵਿੱਚ ਸੋਜਾ ਆਉਣ ਲੱਗ ਗਿਆ ਅਤੇ ਮੇਰੇ ਪੈਰਾਂ ਦੇ ਵਿੱਚ ਜਿਹੜੇ ਜ਼ਖਮ ਹੋਣ ਲੱਗ ਗਏ, ਮੇਰੇ ਪੈਰ ਜਿਹੜੇ ਸੁੱਜ ਜਾਂਦੇ ਨੇ। ਇਹ ਜਿਹੜੀਆਂ ਤਕਰੀਬਨ ਜਿਹੜੀਆਂ ਗਰਮੀਆਂ ਅਤੇ ਸਰਦੀਆਂ ਦੇ ਵਿੱਚ ਇਹ ਜਿਹੜੀਆਂ ਪ੍ਰੋਬਲਮ ਆਮ ਰਹਿੰਦੀਆਂ ਅਤੇ ਹੱਥ ਪੈਰ ਸੁੰਨ ਦੀ ਜਿਹੜੀ ਅੱਜ ਕੱਲ੍ਹ ਜਿਹੜੀ ਆ ਉਹ ਜ਼ਿਆਦਾ ਉਹ ਸ਼ਿਕਾਇਤ ਆਉਣ ਲੱਗ ਗਈ। ਆਖਰ ਇਹਦੇ ਕਾਰਨ ਕੀ ਨੇ? ਕਿੱਥੋਂ ਇਹ ਚੀਜ਼ ਜਿਹੜੀ ਹੈ ਸ਼ੁਰੂ ਹੁੰਦੀ ਹੈ ਅਤੇ ਫਿਰ ਇਹਦੇ ਅੱਗੇ ਚੱਲ ਕੇ ਜਿਹੜੇ ਨਤੀਜੇ ਕੀ ਨਿਕਲਦੇ ਨੇ? ਕਲੋ ਜਿਹੜੇ ਹੱਥ ਪੈਰ ਸੁੰਨ ਹੁੰਦੇ ਆ, ਵਾਕਈ ਇਹ ਸਮੱਸਿਆ ਬਹੁਤ ਵੱਡੇ ਪੱਧਰ 'ਤੇ ਹੋ ਰਹੀ ਹੈ ਅੱਜ ਕੱਲ੍ਹ ਲੋਕਾਂ ਨੂੰ। ਇੰਨੀ ਪਹਿਲਾਂ ਨਹੀਂ ਸੀ ਕਦੀ ਹੋਇਆ ਕਰਦੀ। ਉਹਦੇ ਕਾਰਨ ਸਭ ਤੋਂ ਵੱਡਾ ਕਾਰਨ ਤਾਂ ਇਹਦੇ 'ਚ ਬਹੁਤੇ ਜਿਹੜੇ ਨੇ ਸ਼ੂਗਰ ਦੇ ਮਰੀਜ਼ ਨੇ ਜੀ। ਸ਼ੂਗਰ ਦੇ ਮਰੀਜ਼ ਵੀ ਹੈਗੇ ਆ ਅਤੇ ਸ਼ੂਗਰ ਦੇ ਮਰੀਜ਼ ਨਾ ਵੀ ਹੋਣ ਇਹ ਗੱਲ ਜਿਹਨੂੰ ਪ੍ਰੀ ਡਾਇਬਟੀਜ਼ ਕਹਿੰਦੇ ਅਸੀਂ ਜੀ। ਤਾਂ ਪ੍ਰੀ ਡਾਇਬਟੀਜ਼ ਜਿਹੜੀ ਹੈ ਉਹਦੇ ਅੰਦਰ ਕੀ ਹੁੰਦਾ ਕਿ ਸ਼ੂਗਰ ਦੇ ਅਜੇ ਤੱਕ ਬੰਦਾ ਸ਼ੂਗਰ ਦਾ ਮਰੀਜ਼ ਤਾਂ ਨਹੀਂ ਅਜੇ ਲੇਬਲ ਹੋਇਆ, ਉਹਦੇ ਚੇਪੀ ਤਾਂ ਨਹੀਂ ਲੱਗੀ ਸ਼ੂਗਰ ਦੀ, ਪਰ ਸਟਿਲ ਉਹਦੀ ਸ਼ੂਗਰ ਜਿਹੜੀ ਹੈ ਖਾਣੇ ਤੋਂ ਬਾਅਦ ਵੱਧ ਜਾਂਦੀ ਹੈ ਜੀ। ਖਾਲੀ ਪੇਟ ਵਾਲੀ ਠੀਕ ਆਉਂਦੀ ਹੈ, ਖਾਣੇ ਤੋਂ ਬਾਅਦ ਜਦੋਂ ਖਾਂਦਾ ਪੀਂਦਾ ਤਾਂ ਉਹਦੀ ਜਿਹੜੀ ਜ਼ਰੂਰਤ ਤੋਂ ਜ਼ਿਆਦਾ ਵੱਧ ਜਾਂਦੀ ਹੈ ਔਰ ਉਹਦੇ ਨਾਲ ਵੀ ਕਿਤੇ ਨਾ ਕਿਤੇ ਸ਼ਾਇਦ ਉਹਨੂੰ ਨੁਕਸਾਨ ਹੁੰਦਾ। ਤਾਂ ਹੀ ਉਹਨੂੰ ਪ੍ਰੀ ਡਾਇਬਟੀਜ਼ ਕਰਕੇ ਵੀ ਜਿਹੜੇ ਨੇ ਮੈਡੀਕਲ ਪ੍ਰੋਫੈਸ਼ਨ ਉਹਨੂੰ ਥੋੜ੍ਹਾ ਸੀਰੀਅਸਲੀ ਲੈ ਰਿਹਾ। ਯਾਨੀ ਕਿ ਤੁਸੀਂ ਇਹ ਕਹਿ ਸਕਦੇ ਹੋ ਵੀ ਹੱਥ ਪੈਰ ਜਿਹਦੇ ਸੁੰਨ ਹੁੰਦੇ ਨੇ ਉਹਨੂੰ ਅਲਰਟ ਹੋ ਜਾਣਾ ਚਾਹੀਦਾ। ਬਿਲਕੁਲ ਬਿਲਕੁਲ। ਹੱਥ ਪੈਰ ਸੁੰਨ ਹੁੰਦੇ ਦਾ ਕਾਰਨ ਤਾਂ ਹੋਏਗਾ ਨਾ ਕੋਈ, ਔਰ ਕਾਰਨ ਕੋਈ ਮਾੜਾ ਮੋਟਾ ਨਹੀਂ ਹੋਏਗਾ, ਕਾਰਨ ਸੀਰੀਅਸ ਹੋਏਗਾ। ਹੱਥ ਪੈਰ ਸੁੰਨ ਹੋਣਾ ਬਹੁਤ ਵੱਡੀ ਗੱਲ ਹੈ, ਬਹੁਤ ਬੜੀ ਅਲਾਮਤ ਹੈ, ਬਹੁਤ ਬੜੀ ਅਲਾਮਤ ਹੈ। ਉਹਦੀ ਜਿਹੜੀ ਉਹਨੂੰ ਦਬਾਉਣ ਵਾਸਤੇ ਜਿਹੜੀਆਂ ਦਵਾਈਆਂ ਵਰਤੀਆਂ ਜਾ ਰਹੀਆਂ ਨੇ, ਪ੍ਰੀ ਗਾਬਾ ਔਰ ਗਾਬਾ, ਪੈਂਟਿਨ ਔਰ ਬਾਕੀ ਜਿਹੜੇ ਐਂਟੀ ਡਿਪਰੈਸੈਂਟਸ ਬੜੀਆਂ ਸਟਰੋਂਗ ਦਵਾਈਆਂ ਨੇ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਦਬਾਉਣ ਨਾਲ ਇਹ ਕੁਛ ਨਹੀਂ ਹੁੰਦਾ, ਕਿਉਂਕਿ ਜਦ ਤੱਕ ਉਹਦਾ ਰੂਟ ਕਾਜ਼ ਨਹੀਂ ਪਤਾ ਲੱਗਦਾ, ਜੜ ਨਹੀਂ ਪਤਾ ਲੱਗਦੀ, ਤਦ ਤੱਕ ਉਹ ਹਟਣਗੇ ਨਹੀਂ, ਸਿਰਫ ਦਬ ਜਾਣਗੇ ਅਤੇ ਦਬਾਉਣ ਦਾ ਕੋਈ ਪਤਾ ਲਾਭ ਨਹੀਂ ਹੁੰਦਾ। ਇਸ ਕਰਕੇ ਜਿਹੜੀ ਬਹੁਤ ਜ਼ਰੂਰੀ ਹੈ ਜਾਣਨਾ ਕਿ ਮੇਰੇ ਹੱਥ ਪੈਰ ਅਗਰ ਸੁੰਨ ਹੋ ਰਹੇ ਹੈ ਜਾਂ ਸੁੰਨ ਹੋਣ ਦੇ ਨਾਲ ਦੋ ਅਲਾਮਤਾਂ ਹੋਰ ਹੁੰਦੀਆਂ ਨੇ, ਜਲਨ ਹੋਣਾ, ਬਰਨਿੰਗ ਆਫ, ਪਰਟੀਕੂਲਰਲੀ ਪੈਰਾਂ ਦੇ ਅੰਦਰ ਜਲਨ ਬਹੁਤ ਜ਼ਿਆਦਾ ਹੁੰਦੀ ਹੈ ਲੋਕਾਂ ਨੂੰ, ਔਰ ਸੁੰਨ ਰਹਿਣਾ, ਜਲਨ ਹੋਣਾ ਅਤੇ ਦਰਦ ਹੋਣਾ, ਤਿੰਨ ਚੀਜ਼ਾਂ ਇਕੱਠੀਆਂ ਚੱਲਦੀਆਂ ਤਕਰੀਬਨ। ਤਾਂ ਇਹ ਜ਼ਿਆਦਾ ਪੈਰਾਂ 'ਚ ਨੇ, ਪੈਰਾਂ ਦੀ ਤਕਲੀਫ ਬਹੁਤ ਜ਼ਿਆਦਾ ਲੋਕਾਂ ਨੂੰ, ਲੇਕਿਨ ਬਹੁਤ ਲੋਕਾਂ ਨੂੰ ਹੱਥਾਂ 'ਚ ਵੀ ਹੈ। ਤਾਂ ਇਹ ਜਦੋਂ ਵੀ ਹੋਵੇ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਪਤਾ ਲਾਉਣ ਦੀ ਕਿ ਕਾਰਨ ਕੀ ਹੈ। ਤਾਂ ਸਭ ਤੋਂ ਕਾਮਨ ਕਾਰਨ ਜਿਹੜਾ ਹੋਏਗਾ ਉਹ ਜਾਂ ਤਾਂ ਡਾਇਬਟਿਕ ਤਾਂ ਹੈਗਾ ਪੇਸ਼ੈਂਟ, ਤਾਂ ਫਿਰ ਤਾਂ ਕਾਰਨ ਸਾਹਮਣੇ ਹੀ ਹੈ ਕਿ ਹਰ ਡਾਇਬਟਿਕ ਪੇਸ਼ੈਂਟ ਦੀਆਂ ਨਰਵਜ਼ ਡੈਮੇਜ ਹੁੰਦੀਆਂ ਨੇ, ਚਾਹੇ ਉਹ ਇਲਾਜ ਕਰਾ ਰਿਹਾ ਤੇ ਚਾਹੇ ਨਹੀਂ ਕਰਾ ਰਿਹਾ। ਅੱਛਾ। ਈਵਨ ਇਲਾਜ ਕਰਾਉਣ ਵਾਲੇ ਦੇ ਵੀ, ਚਾਹੇ ਉਹ ਇਲਾਜ ਕਰਾ ਕੇ ਆਪਣੀ ਸ਼ੂਗਰ ਦੀ ਰੀਡਿੰਗ ਥੱਲੇ ਵੀ ਰੱਖ ਰਿਹਾ ਹੈ, ਤਾਂ ਵੀ ਉਹਦੇ ਆਰਗਨ ਡੈਮੇਜ ਹੋਈ ਜਾਂਦਾ ਅਤੇ ਨਰਵ ਡੈਮੇਜ ਹੋਣਗੀਆਂ ਅਤੇ ਅਲਟੀਮੇਟਲੀ ਉਹਨੂੰ ਨਿਊਰੋਪੈਥੀ ਹੋਏਗੀ। ਉਹਨੂੰ ਨਿਊਰੋਪੈਥੀ ਕਹਿੰਦੇ ਅਸੀਂ। ਅੱਛਾ, ਇੱਕ ਇੱਥੇ ਰੋਕਾਂਗਾ, ਮਾਫ਼ ਕਰਨਾ, ਕਿ ਨਰਵਜ਼ ਦੇ ਉੱਤੇ ਜਿਹੜਾ ਸ਼ੂਗਰ ਦਾ ਅਟੈਕ ਉਹ ਕਿਸ ਤਰ੍ਹਾਂ ਹੁੰਦਾ? ਕਿ ਸਿਰਫ ਨਰਵਜ਼ ਜਿਹੜੀਆਂ ਉਹਦੇ ਨਾਲ ਜ਼ਿਆਦਾ ਡੈਮੇਜ ਹੁੰਦੀਆਂ ਨੇ ਅਤੇ ਇਹਦਾ ਕੀ ਕਾਰਨ ਹੁੰਦਾ ਹੈ? ਨਹੀਂ, ਦੇਖੋ ਡੈਮੇਜ ਹੁੰਦਾ ਕਿਉਂਕਿ ਟੌਕਸਿਨ ਉਹ ਜ਼ਹਿਰ ਹੈ, ਜਿਹੜੀ ਜ਼ਿਆਦਾ ਸ਼ੂਗਰ ਹੈ ਉਹ ਜ਼ਹਿਰ ਹੈ। ਜਿਹੜਾ ਸਰੀਰ ਹੈ ਸ਼ੂਗਰ ਇੱਕ ਸੀਮਾ ਤੱਕ ਬਰਦਾਸ਼ਤ ਕਰਦਾ ਹੈ, ਉਹਦੀ ਸੀਮਾ ਹੈਗੀ 100 ਤੋਂ ਲੈ ਕੇ 200 ਸਵਾ 200 ਤੱਕ। ਜਦੋਂ 250 ਸ਼ੂਗਰ ਕ੍ਰਾਸ ਕਰਦੀ ਹੈ ਤਾਂ ਫਿਰ ਉਹਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਸਰੀਰ ਨੂੰ। ਯਾਨੀ ਪਰ ਡਾਕਟਰ ਤਾਂ ਇਹ ਕਹਿੰਦੇ ਨੇ ਵੀ ਤੁਹਾਡੀ ਸ਼ੂਗਰ ਜਿਹੜੀ ਹੈ 100 ਟੱਪ ਗਈ। ਹਾਂ, ਨਹੀਂ 100 ਠੀਕ ਹੈ, 100 ਨੋਰਮਲ ਹੈਗੀ ਹੈ ਫਿਗਰ। ਨਹੀਂ, ਪਰ ਉਹ ਤਾਂ ਦਵਾਈਆਂ ਲਵਾਉਣ ਲੱਗ ਜਾਂਦੇ ਨੇ ਅੱਜ ਕੱਲ੍ਹ ਤਾਂ। ਨਹੀਂ, ਪਰ ਹੁਣ ਲੇਟਲੀ ਜਿਹੜੀਆਂ ਨਵੀਂ ਰਿਸਰਚ ਆ ਰਹੀ ਹੈ ਉਹ ਕਹਿੰਦੀ ਹੈ ਕਿ ਜਿਹੜਾ ਡੈਮੇਜ ਹੁੰਦਾ ਹੈ, ਆਰਗਨ ਡੈਮੇਜ ਹੁੰਦਾ ਹੈ, ਉਹ ਸਵਾ 200 ਸ਼ੂਗਰ ਜਿਹੜੀ ਹੈ ਨਾੜ ਤੋਂ, ਅਤੇ ਕਿਉਂਕਿ ਇੱਥੋਂ ਫਿੰਗਰ ਤੋਂ 10% ਜ਼ਿਆਦਾ ਦਿੰਦੀ ਹੈ ਜਿਹੜੀ ਫਿੰਗਰ ਤੋਂ ਲੈ ਰਹੇ ਤੋਂ 250। ਅੱਛਾ। ਤਾਂ ਔਸਤਨ ਜੇ ਲਗਭਗ ਸਵਾ 200 250 ਤੋਂ ਉੱਪਰ ਅਗਰ ਸ਼ੂਗਰ ਰਹਿੰਦੀ ਹੈ ਤਾਂ ਨਰਵ ਡੈਮੇਜ ਜਾਂ ਆਰਗਨ ਡੈਮੇਜ ਹੁੰਦਾ, ਉਹ ਵੀ ਫਾਰ ਈਅਰਸ ਟੂਗੈਦਰ, ਸਾਲਾਂ ਬੱਧੀ, ਮਹੀਨਿਆਂ ਬੱਧੀ, ਸਾਲਾਂ ਬੱਧੀ ਲਗਾਤਾਰ ਰਹੇ ਤਾਂ। ਲੇਕਿਨ ਚਲੋ ਉਸ ਗੱਲ 'ਚ ਵੀ ਆਪਾਂ ਉਸ ਕੰਟਰੋਵਰਸੀ 'ਚ ਵਜੇ ਨਾ ਪਈਏ। ਤਾਂ ਪਹਿਲੀ ਗੱਲ ਤਾਂ ਇਹ ਜਾਣਨਾ ਬਹੁਤ ਜ਼ਰੂਰੀ ਆ, ਅਸੀਂ ਜਿਹੜੇ ਹੁਣ ਕਹਿ ਰਹੇ ਹਾਂ ਕਿ ਜੇ ਬੰਦਾ ਗਲਤ ਡਾਈਟ ਖਾ ਰਿਹਾ ਤਾਂ ਸਮਝੋ ਕਿ ਉਹ ਡਾਇਬਟੀਜ਼ ਦਾ ਮਰੀਜ਼ ਹੈਗਾ ਜਾਂ ਹੋ ਜਾਏਗਾ। ਅੱਛਾ। ਵੀ ਡਾਈਟ ਰੂਟ ਕਾਜ਼ ਹੈ।
ਤੇ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਬੰਦੇ ਡਾਇਬਟੀਜ਼ ਲੇਬਲਡ ਨਹੀਂ ਹੈ ਵੀ ਉਹ ਡਾਇਬਟੀਜ਼ ਦੇ ਮਰੀਜ਼ ਨਹੀਂ ਹੈਗੇ। ਜੇ ਉਹ ਭੋਜਨ ਗਲਤ ਖਾ ਰਹੇ ਆ ਤਾਂ ਉਸੇ ਰਸਤੇ ਪਏ ਹੋਏ ਆ ਜਿੱਥੇ ਅਲਟੀਮੇਟਲੀ ਜਾ ਕੇ ਉਹਨਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਡਾਇਬਟੀਜ਼ ਦੇ ਮਰੀਜ਼ ਬਣ ਜਾਣਾ। ਇਹੀ ਪ੍ਰੈਡਿਕਸ਼ਨਾਂ ਹੋ ਰਹੀਆਂ ਨੇ ਕਿ ਹਿੰਦੁਸਤਾਨ ਦੇ ਵਿੱਚ ਹਰ ਤੀਜਾ ਬੰਦਾ ਜਿਹੜਾ ਸ਼ੂਗਰ ਦਾ ਮਰੀਜ਼ ਹੋਣ ਜਾ ਰਿਹਾ। ਉਹ ਇਸੇ ਕਰਕੇ ਹੈ ਕਿ ਡਾਈਟ ਸਾਡੀ ਗਲਤ ਹੈ ਔਰ ਲਗਾਤਾਰ ਸ਼ੂਗਰ ਦੀ ਜਿਹੜੀ ਡਾਈਟ ਹੀ ਨਹੀਂ ਇਕੱਲੇ ਬਹੁਤ ਸਾਰੀਆਂ ਦਵਾਈਆਂ ਅਸੀਂ ਇਹੋ ਜਿਹੀਆਂ ਵਰਤ ਰਹੇ ਹਾਂ ਜਿਹੜੀਆਂ ਕਿ ਸ਼ੂਗਰ ਕਰਦੀਆਂ ਨੇ। ਉਹਦੇ ਅੰਦਰ ਖਾਸ ਤੌਰ 'ਤੇ ਮੈਂ ਜ਼ਿਕਰ ਕਰਨਾ ਚਾਹਾਂਗਾ ਜਿਹੜੀਆਂ ਕੋਲੈਸਟਰੋਲ ਘਟਾਉਣ ਵਾਲੀਆਂ ਦਵਾਈਆਂ ਲੈ ਰਹੇ ਅਸੀਂ, ਇਹ ਸ਼ੂਗਰ ਕਰਦੀਆਂ ਨੇ। ਤਾਂ ਬਹੁਤ ਸਾਰੀਆਂ ਦਵਾਈਆਂ ਖੁਦ ਸ਼ੂਗਰ ਕਰਦੀਆਂ ਨੇ, ਤਾਂ ਉਹ ਕਿਤੇ ਨਾ ਕਿਤੇ ਸ਼ੂਗਰ ਦੀ ਗਿਣਤੀ ਜਿਹੜੀ ਵੱਧ ਰਹੀ ਹੈ ਉਹਦੇ 'ਚ ਆਪਾਂ ਨੂੰ ਇਹ ਗੱਲ ਖਿਆਲ ਰੱਖਣੀ ਚਾਹੀਦੀ ਹੈ ਕਿ ਅਗਰ ਗਲਤ ਡਾਈਟ ਖਾ ਰਹੇ ਹਾਂ ਜਾਂ ਦਵਾਈਆਂ ਕਿਸੇ ਮਕਸਦ ਲਈ ਬਹੁਤ ਜ਼ਿਆਦਾ ਲੈ ਰਹੇ ਅਸੀਂ ਤਾਂ ਉਹਦੇ ਅਲਟੀਮੇਟਲੀ ਤੁਸੀਂ ਸ਼ੂਗਰ ਦੇ ਮਰੀਜ਼ ਬਣੋਗੇ। ਤਾਂ ਉਹ ਜਿਹੜੇ ਜੇ ਅਸੀਂ ਉਸ ਰਸਤੇ ਪਏ ਹੋਏ ਹਾਂ ਅਤੇ ਭਾਵੇਂ ਸਾਡੇ 'ਤੇ ਅੱਗੇ ਅਜੇ ਸ਼ੂਗਰ ਦਾ ਬਿੱਲਾ ਨਹੀਂ ਵੀ ਲੱਗਿਆ ਤਾਂ ਵੀ ਹੋ ਸਕਦਾ ਤੁਹਾਨੂੰ ਉਹ ਜਿਹੜੀ ਨਰਵ ਡੈਮੇਜ ਵਾਲੀ ਪ੍ਰੋਬਲਮ ਹੈ ਥੋੜ੍ਹੀ ਬਹੁਤੀ ਆਉਣ ਲੱਗ ਜੇ ਲੰਬੇ ਸਮੇਂ ਤੋਂ ਤੁਸੀਂ ਉੱਦਾਂ ਹੀ ਚੱਲੀ ਜਾ ਰਹੇ ਹੋ ਕਿ ਤੁਹਾਡਾ ਵਿੱਚ ਸ਼ੂਗਰ ਬਹੁਤ ਜ਼ਿਆਦਾ ਵੱਧ ਜਾਂਦਾ। ਜਦੋਂ ਤੁਸੀਂ ਖਾਣਾ ਖਾਂਦੇ ਹੋ ਤਾਂ ਤੁਸੀਂ ਕਿਉਂਕਿ ਫਾਸਟਿੰਗ ਹੀ ਕਰਾਉਂਦੇ ਹੋ, ਇਕੱਲਾ ਖਾਲੀ ਪੇਟ ਕਰਾਉਂਦੇ ਹੋ ਟੈਸਟ, ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਕਿ ਮੇਰਾ ਫਾਸਟਿੰਗ ਦਾ ਠੀਕ ਆ ਰਿਹਾ। ਫਾਸਟਿੰਗ ਬਲੱਡ ਸ਼ੂਗਰ ਜਿਹੜਾ ਬਹੁਤ ਹੀ ਧੋਖਾ ਹੋ ਜਾਂਦਾ, ਉਹਦੇ ਨਾਲ ਵੱਧ ਵੀ ਧੋਖਾ ਕਰਦਾ, ਲੋ ਵੀ ਧੋਖਾ ਕਰਦਾ। ਸੋ ਇਸ ਕਰਕੇ ਫਾਸਟਿੰਗ ਦੇ ਨਾਲ ਅਸੀਂ ਇਹੀ ਇਸੇ ਕਰਕੇ ਰਿਕਮੈਂਡ ਕਰਦੇ ਹਾਂ ਵੀ ਫਾਸਟਿੰਗ 'ਤੇ ਵੀ ਨਿਗਾਹ ਰੱਖੋ ਅਤੇ ਜਿਹੜੀ PP ਹੈ ਯਾਨੀ ਕਿ ਪੋਸਟ ਪ੍ਰੈਂਡੀਅਲ ਯਾਨੀ ਕਿ ਖਾਣੇ ਤੋਂ 2 ਘੰਟੇ ਬਾਅਦ ਉਹ 'ਤੇ ਵੀ ਨਿਗਾਹ ਰੱਖੋ। ਸੋ ਸ਼ੂਗਰ ਸਭ ਤੋਂ ਕਾਮਨ ਕਾਜ਼ ਹੈ ਹੱਥ ਪੈਰਾਂ ਦੀ ਸਮੱਸਿਆ ਹੋਣ ਦਾ। ਉਸ ਤੋਂ ਬਾਅਦ ਅਗਰ ਆਪਾਂ ਲਾਈਏ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਟੌਕਸਿਨਸ ਨੇ ਸਰੀਰ ਦੇ ਅੰਦਰ ਜਿਹੜੇ ਨੇ ਵਾਤਾਵਰਨ 'ਚੋਂ ਜਾ ਰਹੇ ਆ, ਹਵਾ 'ਚੋਂ ਜਾ ਰਹੇ ਆ, ਪਾਣੀ 'ਚੋਂ ਜਾ ਰਹੇ ਆ, ਫੂਡ 'ਚੋਂ ਜਾ ਰਹੇ ਆ, ਸ਼ਾਇਦ ਉਹ ਕਿਤੇ ਨਾ ਕਿਤੇ ਰੋਲ ਪਲੇ ਕਰਦੇ ਆ। ਔਰ ਅਲਟੀਮੇਟਲੀ ਬਹੁਤ ਵੱਡੀ ਗਿਣਤੀ 'ਚ ਮਰੀਜ਼ ਇਹੋ ਜਿਹੇ ਜਿਹਨੂੰ ਡਾਕਟਰ ਲੇਬਲ ਕਰ ਦਿੰਦੇ ਨੇ ਕਿ ਇਹ ਤਾਂ ਇਡੀਓਪੈਥਿਕ ਨੇ, ਯਾਨੀ ਕਿ ਉਹਦਾ ਕਾਰਨ ਲੱਭਦਾ ਨਹੀਂ ਹੈ। ਤਾਂ ਉਹ ਵੀ ਹੈਗੇ ਆ ਬਹੁਤ ਸਾਰੇ ਨੇ ਜਿੱਥੇ ਕਾਰਨ ਨਹੀਂ ਲੱਭਦਾ ਅਤੇ ਫਿਰ ਵੀ ਨਿਊਰੋਪੈਥੀ ਹੋ ਜਾਂਦੀ ਹੈ। ਅਤੇ ਡਾਕਟਰ ਸਾਹਿਬ ਫਿਰ ਮੰਨ ਲਓ ਵੀ ਇੱਕ ਬੰਦੇ ਦੇ ਹੱਥ ਪੈਰ ਸੁੰਨ ਹੋ ਗਏ ਅਤੇ ਇੱਕ ਬੰਦਾ ਜਿਹੜਾ ਉਹਨੂੰ ਹੱਥ ਪੈਰਾਂ 'ਚ ਜਲਨ ਵੀ ਹੋ ਰਹੀ ਆ, ਸੁੰਨ ਵੀ ਹੈਗਾ ਉਹਦਾ ਹੱਥ ਪੈਰ, ਅਤੇ ਉਹਦੇ ਬਾਵਜੂਦ ਵੀ ਉਹਨੂੰ ਇੱਕ ਮਨ ਦੇ ਵਿੱਚ ਜਿਸ ਤਰ੍ਹਾਂ ਆਉਂਦਾ ਵੀ ਇੱਕ ਡਰ ਪੈਦਾ ਹੋ ਗਿਆ ਵੀ ਮੈਨੂੰ ਸ਼ੂਗਰ ਤਾਂ ਨਹੀਂ ਹੈਗੀ। ਕੀ ਇਹਦਾ ਕਾਰਨ ਸਿਰਫ ਇੱਕ ਸ਼ੂਗਰ ਹੀ ਅੱਗੇ ਚੱਲ ਕੇ ਹੁੰਦਾ ਜਾਂ ਫਿਰ ਇਹਦੇ ਨਾਲ ਕਈ ਵਾਰੀ ਕੋਈ ਸਰੀਰ ਦੇ ਵਿੱਚ ਕਹਿੰਦੇ ਨੇ ਵੀ ਜੇ ਖੂਨ ਦੀ ਕਮੀ ਹੈ ਜੀ ਤਾਂ ਵੀ ਬੰਦੇ ਨੂੰ ਜਿਹੜਾ ਹੱਥ ਪੈਰ ਸੁੰਨ ਹੋਣ ਲੱਗ ਜਾਂਦੇ ਨੇ ਜਾਂ ਕੁਝ ਹੋਰ ਵੀ ਕਾਰਨ ਹੁੰਦੇ ਨੇ ਇਹਦੇ? ਨਹੀਂ, ਬਿਲਕੁਲ ਜ਼ਿਆਦਾ ਵੱਡੀ ਮੈਜੋਰਟੀ ਜਿਹੜੀ ਹੈ ਹੱਥ ਪੈਰ ਸੌਣ ਵਾਲੀ ਉਹ ਸ਼ੂਗਰ ਦੇ ਮਰੀਜ਼ ਨੇ ਜੀ। ਬਾਕੀ ਹੋਰ ਬਿਮਾਰੀਆਂ ਤਾਂ ਹੈਗੀਆਂ ਨੇ, ਜੇ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ, ਕੋਈ ਹਾਰਟ ਦਾ ਮਰੀਜ਼ ਹੈ, ਕੋਈ ਬਹੁਤ ਜ਼ਿਆਦਾ ਦਵਾਈਆਂ ਖਾ ਰਿਹਾ ਹੈ, ਦਵਾਈਆਂ ਵੀ ਕਾਰਨ ਹੋ ਸਕਦੀਆਂ ਨੇ ਇਹਦੇ ਸੌਣ ਦਾ। ਜਾਂ ਜਿਵੇਂ ਮੈਂ ਦੱਸਿਆ ਤੁਹਾਨੂੰ ਕਿ ਐਨਵਾਇਰਮੈਂਟਲ ਟੌਕਸਿਨਸ ਨੇ, ਖਾਣਾ ਪੀਣਾ ਸਾਡਾ ਸ਼ੁੱਧ ਨਹੀਂ ਹੈਗਾ, ਉਹ ਵੀ ਹੋ ਸਕਦਾ। ਅਤੇ ਕੁਛ ਜਿਹੜੇ ਅੱਗੇ ਮਰੀਜ਼ ਨੇ ਜਿਹਨਾਂ ਦਾ ਕਾਰਨ ਜਿਹੜਾ ਲੋਕਾਂ ਨੂੰ ਸਮਝ ਨਹੀਂ ਆ ਰਿਹਾ, ਉਹ ਮਰੀਜ਼ ਵੀ ਹੈਗੇ ਆ ਜਿਹਨਾਂ ਦਾ ਕੋਈ ਕਾਰਨ ਨਹੀਂ ਹੈ, ਲੇਕਿਨ ਫਿਰ ਉਹ ਤਾਂ ਉਹਦੇ 'ਚ ਜਿਹੜੇ ਉਹਦੇ ਵਿੱਚ ਫਿਰ ਜਿਹੜੀ ਸੀ ਜਿਹਦੇ ਕਾਰਨ ਨਹੀਂ ਵੀ ਹੈ ਉਹਦੇ 'ਚ ਕੁਛ ਚੀਜ਼ਾਂ ਨੇ ਜਿਹੜੀ ਅਸੀਂ ਜੇ ਰਿਕਮੈਂਡ ਕਰਦੇ ਹਾਂ ਤਾਂ ਉਹ ਪੇਸ਼ੈਂਟ ਬਹੁਤ ਅੱਛਾ ਰਿਸਪੌਂਡ ਕਰਦਾ। ਅੱਛੀ ਡਾਈਟ ਕਰ ਦਿੰਦੇ ਆ, ਐਕਸਰਸਾਈਜ਼ ਕਰਦੇ ਆ। ਜਿਵੇਂ ਸਟ੍ਰੈਸ ਹੈ, ਤਣਾਅ ਹੈ, ਤਣਾਅ ਖੁਦ ਹੀ ਇਹੋ ਜਿਹੇ ਸਿੰਪਟਮ ਕਰਨ ਲੱਗ ਜਾਂਦਾ ਕਈ ਵਾਰੀ ਜੇ ਬੰਦਾ ਬਹੁਤ ਜ਼ਿਆਦਾ ਸਟ੍ਰੈਸ ਰਹਿ ਰਿਹਾ। ਤਾਂ ਬਿਮਾਰ ਕਰਨ ਲਈ ਕੋਈ ਜ਼ਰੂਰੀ ਨਹੀਂ ਇੱਕ ਚੀਜ਼ ਹੋਵੇ, ਉਹ 'ਚ ਬਹੁਤ ਸਾਰੇ ਫੈਕਟਰ ਨੇ ਜਿਹੜੇ ਸਾਨੂੰ ਬਿਮਾਰ ਕਰਦੇ ਆ। ਜਦੋਂ ਅਸੀਂ ਉਹਦੇ ਹਿਸਾਬ ਨਾਲ ਠੀਕ ਕੁਦਰਤ ਦੇ ਹਿਸਾਬ ਨਾਲ ਨਹੀਂ ਚੱਲਦੇ, ਗੈਰ ਕੁਦਰਤੀ ਸਾਡਾ ਵਰਤਾਰਾ ਹੈ, ਚਾਹੇ ਉਹ ਖਾਣ ਪੀਣ ਦਾ, ਚਾਹੇ ਰਹਿਣ ਸਹਿਣ ਦਾ, ਚਾਹੇ ਜਿਹੜੇ ਬਿਲਕੁਲ ਵਿਹਲੇ ਰਹਿਣ ਦਾ ਅੱਜ ਕੱਲ੍ਹ ਆਪਾਂ ਨੇ ਬਣਾ ਲਿਆ ਕਲਚਰ ਕਿ ਅਸੀਂ ਆਪਣਾ ਪੱਠੇ ਹੱਡੀਆਂ ਮਜ਼ਬੂਤ ਨਹੀਂ ਰੱਖੇ ਹੋਏ। ਉਹ ਸਾਡੇ ਜਦੋਂ ਪੱਠੇ ਹੱਡੀਆਂ ਮਜ਼ਬੂਤ ਨਹੀਂ ਹੁੰਦੇ ਫਿਰ ਪੈਰ ਸੁੱਜਣ ਵੀ ਲੱਗ ਜਾਂਦੇ ਆ ਉਹਦੇ ਅੰਦਰ, ਕਿਉਂਕਿ ਸਾਡੇ ਪੱਠੇ ਕਮਜ਼ੋਰ ਨੇ ਅਤੇ ਉਹ ਨੇ ਫਿਰ ਗੁਰਦੇ ਸਾਡੇ ਖਰਾਬ ਹੋਣ ਲੱਗ ਗਏ, ਗੁਰਦੇ ਬਹੁਤ ਖਰਾਬ ਹੋ ਰਹੇ ਲੋਕਾਂ ਦੇ, ਉਹ ਨੇ ਬਾਕੀ ਇਹੋ ਜਿਹੀਆਂ ਬਿਮਾਰੀਆਂ ਕਿਸੇ ਨੂੰ ਕਾਲਾ ਪੀਲੀਆ ਹੋ ਰਿਹਾ, ਕਿਸੇ ਦੇ ਗੁਰਦੇ ਜਿਹੜਾ ਲਿਵਰ ਫੈਟੀ ਲਿਵਰ ਆਉਣ ਲੱਗ ਗਿਆ। ਤਾਂ ਕੋਈ ਨਾ ਕੋਈ ਬਿਮਾਰੀ ਅਗਰ ਸਰੀਰ 'ਚ ਹੈਗੀ ਤਾਂ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨਾ ਚਾਹੀਦਾ, ਕਿਉਂਕਿ ਬਿਮਾਰੀ ਜੇ ਕਾਰਨ ਕਾਮਨ ਹੁੰਦਾ ਜਿਵੇਂ ਹੱਥ ਪੈਰ ਸੌਣ ਦਾ ਜੇ ਕੋਈ ਕਾਰਨ ਹੈ ਤਾਂ ਉਹ ਕਾਰਨ ਕਿਸੇ ਹੋਰ ਪਾਸੇ ਵੀ ਜ਼ਰੂਰ ਦਿਖ ਰਿਹਾ ਹੋਏਗਾ। ਸੋ ਆਪਾਂ ਜੇ ਹੋਰ ਬਿਮਾਰੀ ਨਾਲ ਕਦੀ ਹੈਗੀ ਹੈ, ਕੋਈ ਫੈਟੀ ਲਿਵਰ ਹੈ, ਕੋਈ ਗੁਰਦੇ 'ਚ ਆ ਰਿਹਾ ਨੁਕਸ ਜਾਂ BP ਵੱਧ ਰਿਹਾ ਜਾਂ ਸ਼ੂਗਰ ਵੱਧ ਰਹੀ ਹੈ, ਤਾਂ ਉਹ ਸਾਰਿਆਂ ਦੇ ਸਾਰਿਆਂ ਨੂੰ ਸਰੀਰ ਨੂੰ ਐਜ਼ ਏ ਹੋਲ ਟਰੀਟ ਕਰਨਾ ਚਾਹੀਦਾ। ਬਿਮਾਰੀ ਦੀ ਗੱਲ ਨਹੀਂ ਇਕੱਲੀ, ਜੇ ਅਗਰ ਸਰੀਰ ਤੰਦਰੁਸਤ ਹੈ ਤਾਂ ਉਹ ਸਾਰੀਆਂ ਬਿਮਾਰੀਆਂ ਨੂੰ ਠੀਕ ਕਰ ਲੈਂਦਾ। ਅਗਰ ਸਰੀਰ ਤੰਦਰੁਸਤ ਨਹੀਂ ਹੈ ਤਾਂ ਪਹਿਲਾਂ ਇੱਕ ਬਿਮਾਰੀ ਆਏਗੀ ਅਤੇ ਮਗਰੇ ਦੂਜੀ ਆਏਗੀ, ਫਿਰ ਤੀਜੀ ਆਏਗੀ, ਫਿਰ ਚੌਥੀ ਆਏਗੀ। ਸੋ ਇਸ ਕਰਕੇ ਜ਼ਿਆਦਾ ਕੇਂਦਰਿਤ ਆਪਣੇ ਆਪ ਨੂੰ ਰੱਖਣਾ ਚਾਹੀਦਾ ਸਰੀਰ ਦੀ ਤੰਦਰੁਸਤੀ 'ਤੇ ਰਾਦਰ ਦੈਨ ਕਿ ਕਿਸੇ ਖਾਸ ਬਿਮਾਰੀ 'ਤੇ। ਡਾਕਟਰ ਸਾਹਿਬ ਤੁਸੀਂ ਇੱਕ ਗੱਲ ਕੀਤੀ ਹੈ ਕਿ ਜੇ ਬੰਦੇ ਦੇ ਸਰੀਰ ਜਿਹੜਾ ਹੈ ਉਹਦੇ ਹੱਥ ਪੈਰ ਸੁੰਨ ਹੋ ਰਹੇ ਨੇ ਤਾਂ ਉਹਨੂੰ ਅਲਰਟ ਹੋ ਜਾਣਾ ਚਾਹੀਦਾ, ਉਹਨੂੰ ਸਾਵਧਾਨ ਹੋ ਜਾਣਾ ਚਾਹੀਦਾ ਕਿ ਉਹਨੂੰ ਅੱਗੇ ਜਾਂ ਤਾਂ ਉਹਨੂੰ ਸ਼ੂਗਰ ਹੋ ਰਹੀ ਹੈ, ਹੋ ਚੁੱਕੀ ਹੈ, ਅਤੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਸ਼ੂਗਰ ਹੋਣ ਜਾ ਰਹੀ ਹੈ। ਕੀ ਹੱਥ ਪੈਰ ਸੁੰਨ ਹੋਣਾ ਸਿਰਫ ਜਿਹੜਾ ਉਹ ਸ਼ੂਗਰ ਦਾ ਹੀ ਜਿਹੜਾ ਸੰਕੇਤ ਦੇ ਰਿਹਾ ਕਿ ਜਾਂ ਫਿਰ ਉਹਦੇ ਅੰਦਰ ਜਿਹੜਾ ਹੱਥ ਪੈਰ ਨਾੜਾਂ ਦੇ ਨਾਲ ਤੁਸੀਂ ਇਹਨੂੰ ਜੋੜ ਰਹੇ ਹੋ ਵੀ ਹੱਥ ਪੈਰ ਸੁੰਨ ਹੋਣਾ ਜਿਹੜਾ ਉਹ ਨਾੜਾਂ ਦੀ ਜਿਹੜੀ ਹੈ ਉਹ ਕਮਜ਼ੋਰੀ ਹੈ, ਨਾੜਾਂ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ?
ਕਿ ਨਾੜਾਂ ਕਰਕੇ ਹੀ ਇਹਦੇ 'ਚ ਹੋ ਰਿਹਾ ਕਿ ਜਾਂ ਫਿਰ ਇਹਦੇ ਨਾਲ ਇਹਦੇ ਕੁਝ ਹੋਰ ਵੀ ਕਾਰਨ ਹੋ ਸਕਦੇ ਨੇ ਤੇ ਜਾਂ ਫਿਰ ਇਹਦੇ 'ਚ ਕੁਝ ਹੋਰ ਵੀ ਅੱਗੇ ਚੱਲ ਕੇ ਪ੍ਰੋਬਲਮ ਆਉਣ ਵਾਲੀ ਹੈ ਬੰਦੇ ਨੂੰ? ਇਹ ਨਾੜਾਂ ਤਾਂ ਸਰੀਰ ਦਾ ਪਾਰਟ ਹੀ ਨੇ ਨਾ। ਜੇ ਸਰੀਰ ਦੇ ਅੰਦਰ ਕੋਈ ਵਿਕ੍ਰਿਤੀ ਆ ਰਹੀ ਹੈ, ਕੋਈ ਕਮੀ ਹੈ ਜਾਂ ਕੋਈ ਟੌਕਸਿਨ ਹੈ, ਸੋ ਦੋ ਹੀ ਜ਼ਿਆਦਾ ਚੀਜ਼ਾਂ ਹੁੰਦੀਆਂ ਨੇ। ਜਾਂ ਤਾਂ ਸਰੀਰ ਦੇ ਅੰਦਰ ਕੋਈ ਕਮੀ ਹੈ, ਜਿਵੇਂ ਕੁਛ ਵਾਈਟਾਮਿਨਸ ਨੇ, ਜੇ ਉਹਨਾਂ ਦੀ ਕਮੀ ਹੋਏਗੀ ਤਾਂ ਵੀ ਨਾੜਾਂ ਹੱਥ ਪੈਰ ਸੌਣ ਲੱਗ ਜਾਣਗੇ। ਜੇ ਮਤਲਬ ਖੂਨ ਦੀ ਕਮੀ ਹੈ ਤਾਂ ਵੀ ਹੱਥ ਪੈਰ ਸੌਣ ਲੱਗ ਜਾਣਗੇ। ਸੋ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਦੇਖਣਾ ਪਏਗਾ ਕਿ ਕੋਈ ਵਿਟਾਮਿਨ ਦੀ ਕਮੀ ਤਾਂ ਨਹੀਂ ਆ ਰਹੀ। ਜਿਵੇਂ ਅੱਜ ਕੱਲ੍ਹ ਹੁਣ ਹਾਲਾਂਕਿ ਪੁਰਾਣੇ ਜ਼ਮਾਨੇ 'ਚ ਸਾਨੂੰ ਪੜ੍ਹਾਉਂਦੇ ਸੀ ਕਿ ਵਿਟਾਮਿਨ ਜਿਹੜੇ ਨੇ B1 B2 B3 B6 ਇਸੇ ਜਿਹੜੇ B ਕੰਪਲੈਕਸ ਵਾਲੇ ਵਿਟਾਮਿਨ ਸੀਗੇ, ਫੋਲਿਕ ਐਸਿਡ ਹੈ, ਤਾਂ ਇਹ ਸਾਰੇ ਜਿਹੜੇ ਸੀ ਇਹਨਾਂ ਦੀ ਕਮੀ ਜਿਹੜੀ ਸੀ ਕਰਦੀ ਸੀ। ਅੱਜ ਕੱਲ੍ਹ ਹੁਣ ਵਿਟਾਮਿਨ D ਦੀ ਕਮੀ ਬਹੁਤ ਪਤਾ ਲੱਗਣ ਲੱਗ ਗਈ ਕਿ ਵਿਟਾਮਿਨ D ਦੀ ਕਮੀ। ਤਾਂ ਇਹ ਸਾਰੇ ਤਾਂ ਕਮੀਆਂ ਦੀ ਜਿਹੜੀ ਉਹ ਰੂਲ ਆਊਟ ਕਰ ਲੈਣਾ ਚਾਹੀਦਾ। ਕੋਈ ਕਮੀ ਤਾਂ ਨਹੀਂ ਕਿਸੇ ਸਰੀਰ ਦੇ ਅੰਦਰ ਕਿਸੇ ਚੀਜ਼ ਦੀ, ਇੱਕ ਤਾਂ ਉਹ ਹੈ। ਫਿਰ ਕੋਈ ਜ਼ਹਿਰ ਤਾਂ ਨਹੀਂ ਹੈ। ਅੱਜ ਕੱਲ੍ਹ ਹੁਣ ਦੂਜੇ ਟੈਸਟ ਵੀ ਹੋਣ ਲੱਗ ਗਏ, ਮੰਨ ਲਓ ਹੈਵੀ ਮੈਟਲ ਟੈਸਟਿੰਗ ਹੋਣ ਲੱਗ ਗਈ ਹੈ। ਅੱਜ ਕੱਲ੍ਹ ਪਹਿਲਾਂ ਨਹੀਂ ਸੀ ਕਰਾਉਂਦੇ ਹੁੰਦੇ, ਲੇਕਿਨ ਲੈਡ ਟੈਸਟਿੰਗ ਹੋਣ ਲੱਗੀ ਹੈ, ਆਰਸੈਨਿਕ ਟੈਸਟਿੰਗ ਹੋਣ ਲੱਗੀ ਹੈ, ਨਿਕਲ ਟੈਸਟਿੰਗ ਹੋਣ ਲੱਗੀ ਹੈ। ਸੋ ਉਹ ਇੱਕ ਨਵਾਂ ਆ ਗਿਆ ਵਰਤਾਰਾ ਹੈਵੀ ਮੈਟਲ ਦਾ, ਉਹਨੂੰ ਅਸੀਂ ਹੈਵੀ ਮੈਟਲਸ ਕਹਿੰਦੇ ਹਾਂ। ਅਗਰ ਹੈਵੀ ਮੈਟਲ ਟੌਕਸਿਟੀ ਹੈ, ਜਿਵੇਂ ਫਲੋਰਾਈਡਸ, ਜਿਹੜੀ ਫਲੋਰਾਈਡਸ ਹੈ ਪਾਣੀ ਦੇ ਅੰਦਰ ਸਾਡੇ ਜ਼ਿਆਦਾ, ਉਹ ਵੀ ਕਿਤੇ ਨਾ ਕਿਤੇ ਮਾਰ ਕਰੇਗਾ, ਕਿਉਂਕਿ ਅਲਟੀਮੇਟਲੀ ਉਹ ਹੱਡੀਆਂ 'ਤੇ ਕਰੇਗਾ, ਬਾਕੀ ਸਿਸਟਮ 'ਤੇ ਕਰੇਗਾ। ਹੱਡੀਆਂ 'ਤੇ ਕਰੇਗਾ। ਉਹ ਜੋ ਸ਼ੈਟਿਕਾ ਹੈ, ਸਰਵਾਈਕਲ ਹੈ, ਕੀ ਹੈ, ਸਾਡੀ ਹੱਡੀ ਨੁਕਸ ਤਾਂ ਹੱਡੀ 'ਚ ਹੈ, ਉਹ ਹੱਡੀ ਨਾੜ ਨੂੰ ਦੱਬ ਰਹੀ ਹੈ, ਉੱਥੋਂ ਫਿਰ ਉਹ ਸੌਣ ਵੀ ਲੱਗ ਜਾਣਗੇ, ਹੱਥ ਦਰਦ ਵੀ ਕਰੇਗਾ, ਸਭ ਕੁਝ ਹੋਏਗਾ। ਸੋ ਸਾਰਾ ਜਿਹੜੀਆਂ ਨਾੜਾਂ ਨੇ ਸਾਡੀਆਂ, ਉਹ ਹੱਡੀਆਂ ਨਾਲ ਜੁੜੀਆਂ ਹੋਈਆਂ ਨੇ, ਪੱਠਿਆਂ ਨਾਲ ਜੁੜੀਆਂ ਹੋਈਆਂ ਨੇ, ਸਾਡੇ ਸਰੀਰ ਨਾਲ ਜੁੜੀਆਂ ਹੋਈਆਂ ਨੇ। ਸੋ ਅਨੇਕਾਂ ਕਿਸਮ ਦੇ ਕਾਰਨ ਨੇ ਜਿਹਦੇ 'ਚ ਆਪਾਂ ਕੁਛ ਗਿਣੇ ਜਿਹੜੇ ਇਹ ਕੁਛ ਕਮੀਆਂ ਵਾਈਟਮਿਨਸ ਦੀਆਂ ਜਾਂ ਮਿਨਰਲਸ ਦੀਆਂ, ਕੁਛ ਜ਼ਹਿਰ ਜਿਹੜੇ ਕਿ ਨੋਨ ਨੇ, ਜਿਵੇਂ ਫਲੋਰਾਈਡ ਹੈ, ਹੈਵੀ ਮੈਟਲਸ ਹੈ, ਸਾਡੇ ਪਾਣੀ 'ਚ ਆ ਰਹੇ ਹੈ, ਸਾਡੇ ਹਵਾ 'ਚ, ਸਾਡੇ ਫੂਡ 'ਚ। ਤਾਂ ਇਹ ਸਾਰੇ ਦੇ ਸਾਰੇ ਕੰਪਲੈਕਸ ਹੋ ਗਿਆ ਕੰਮ। ਉਹ ਸਾਰਾ ਕੁਝ ਹੀ ਫਿਰ ਇੱਕ ਵਾਰੀ ਰੂਲ ਆਊਟ ਕਰਨਾ ਪੈਣਾ, ਤਾਂ ਜਾ ਕੇ ਆਪਾਂ ਨੂੰ ਗੱਲ ਸਮਝ ਆਏਗੀ ਕਿ ਇਹਦੀ ਜਿਹੜੀ ਨਾੜਾਂ ਕਿਉਂ ਡੈਮੇਜ ਹੋ ਰਹੀਆਂ। ਅੱਛਾ, ਇੱਕ ਚੀਜ਼ ਜਿਹੜੀ ਡਾਕਟਰ ਸਾਹਿਬ ਅਕਸਰ ਆਪਾਂ ਦੇਖਣ ਨੂੰ ਮਿਲਦੀ ਹੈ ਕਿ ਇਨਸਾਨ ਕੋਈ ਵੀ ਜਿਹੜਾ ਉਹ ਚੌਂਕੜੀ ਮਾਰ ਕੇ ਨਹੀਂ ਬੈਠ ਸਕਦਾ, ਜਾਂ ਉਹ ਚੌਂਕੜੀ ਮਾਰ ਕੇ ਬੈਠ ਨਹੀਂ ਸਕਦਾ, ਜਾਂ ਫਿਰ ਉਹ ਬੈਠ ਜਾਂਦਾ ਤੇ ਉਹਨੂੰ ਉੱਠਣ ਲੱਗਿਆ ਬੜੀ ਪ੍ਰੋਬਲਮ ਆ ਜਾਂਦੀ ਹੈ। ਇਹ ਵੀ ਅਗਰ ਜਿਹੜੀ ਇਹ ਆਮ ਹੋ ਗਈ ਇਹ ਚੀਜ਼ ਜਿਹੜੀ ਹੈ, ਕਿ ਇਹਦਾ ਵੀ ਇਹੀ ਕਾਰਨ ਹੈ ਕਿ ਇਹਦੇ ਪਿੱਛੇ ਵੀ ਕੋਈ ਹੋਰ ਕਾਰਨ ਨਿਕਲਦਾ ਆਪਾਂ ਨੂੰ? ਜਿੱਦਾਂ ਮੈਂ ਦੱਸਿਆ ਕਰੋ ਜੀ, ਜਿਹੜਾ ਤੁਹਾਡੇ ਹੱਡੀਆਂ ਦਾ ਸਿਸਟਮ ਹੈ, ਹੱਡੀਆਂ, ਪੱਠੇ, ਜੋੜ ਤੇ ਨਰਵ ਜਿਹੜੀਆਂ ਨੇ, ਇਹ ਇੱਕ ਸਿਸਟਮ ਦੇ ਤੌਰ 'ਤੇ ਕੰਮ ਕਰਦੀਆਂ ਨੇ, ਕਿਉਂਕਿ ਹੱਡੀਆਂ ਤੇ ਪੱਠਿਆਂ ਦੇ ਵਿੱਚ ਹੀ ਤਾਂ ਨਰਵਜ਼ ਨੇ ਨਾ। ਹਾਂਜੀ ਹਾਂਜੀ। ਤੇ ਨਰਵ ਦੇ ਸਿਰ 'ਤੇ ਉਹ ਚੱਲਦੇ ਆ, ਸਿਸਟਮ ਚੱਲਦਾ ਸਾਰਾ। ਤਾਂ ਸਾਰਾ ਇੱਕ ਸਿਸਟਮ ਜੁੜਿਆ ਹੋਇਆ ਹੈ, ਹੋਲ ਹੈ ਇਹ। ਆਪਾਂ ਇਹਨੂੰ ਤੋੜ ਕੇ ਨਹੀਂ ਦੇਖ ਸਕਦੇ। ਅਗਰ ਐਜ਼ ਏ ਹੋਲ ਦੇਖਾਂਗੇ ਆਪਾਂ, ਤਾਂ ਉਹਦੇ ਅੰਦਰ ਜਿਹੜੀ ਹੈ ਉਹ ਸਾਰੇ ਕਾਮਨ ਕਾਜ਼ ਉਹੀ ਨੇ। ਡਾਈਟ ਠੀਕ ਨਹੀਂ ਹੈ ਤੁਹਾਡੀ, ਪਹਿਲੀ ਗੱਲ ਤਾਂ ਵਾਤਾਵਰਨ ਠੀਕ ਨਹੀਂ ਹੈ, ਹਵਾ ਸ਼ੁੱਧ ਨਹੀਂ ਹੈ, ਪਾਣੀ ਸ਼ੁੱਧ ਨਹੀਂ ਹੈ, ਤੁਹਾਡਾ ਮਿੱਟੀ ਦੇ ਅੰਦਰ ਜਦੋਂ ਤੁਸੀਂ ਲਗਾਤਾਰ ਪਾਈ ਜਾ ਰਹੇ ਹੋ, ਕੈਮੀਕਲ ਪਾਈ ਜਾ ਰਹੇ ਹੋ, ਜ਼ਹਿਰ ਪਾਈ ਜਾ ਰਹੇ ਹੋ, ਉਹ ਘੁੰਮ ਕੇ ਫੂਡ ਦੇ ਰਾਹੀਂ ਫਿਰ ਸਾਡੇ 'ਚ ਆ ਜਾਂਦੇ ਆ। ਖਾਣਾ ਤੰਦਰੁਸਤ ਨਹੀਂ, ਉਹਨੂੰ ਰੂਲ ਆਊਟ ਕਰਨਾ ਚਾਹੀਦਾ। ਫਿਰ ਐਕਸਰਸਾਈਜ਼ ਦੀ ਜਿਹੜੀ ਲੈਕ ਹੈ, ਅਸੀਂ ਐਕਸਰਸਾਈਜ਼ ਨਹੀਂ ਕਰਦੇ, ਜਿਹਦੇ ਨਾਲ ਸਾਡੇ ਕੀ ਹੁੰਦਾ, ਪੱਠੇ ਕਮਜ਼ੋਰ ਹੋ ਜਾਂਦੇ ਆ, ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ, ਜਿਹੜੇ ਜੋੜ ਨੇ ਉਹਨਾਂ ਦੀ ਲਚਕ ਖਤਮ ਹੋ ਜਾਂਦੀ ਹੈ। ਉਹ ਹੱਡੀਆਂ ਦੇ ਵਿੱਚ ਜਿੱਥੋਂ ਨਾੜਾਂ ਨਿਕਲ ਰਹੀਆਂ ਨੇ, ਉਹ ਮੋਰੀਆਂ ਭੀੜੀਆਂ ਹੋਣ ਲੱਗ ਜਾਂਦੀਆਂ, ਤਾਂ ਦੱਬਣ ਲੱਗ ਜਾਂਦੀਆਂ ਨਾੜਾਂ ਨੂੰ। ਤਾਂ ਸਾਰਾ ਕਿਤੇ ਨਾ ਕਿਤੇ ਸਿਸਟਮ ਜਿਹੜਾ ਉਹ ਸਾਡੇ ਉਹਦੇ ਨਾਲ ਜੁੜਿਆ ਹੋਇਆ, ਡਾਈਟ ਨਾਲ, ਹਵਾ ਨਾਲ, ਪਾਣੀ ਨਾਲ, ਅਤੇ ਐਕਸਰਸਾਈਜ਼ ਦੀ ਲੈਕ ਨਾਲ। ਕਿ ਅਸੀਂ ਵਰਜਿਸ਼ ਪ੍ਰੋਪਰ ਨਹੀਂ ਕਰ ਰਹੇ, ਸਾਡੀ ਬੋਡੀ, ਪੁਰਾਣੇ ਜ਼ਮਾਨੇ ਜਿਹੜਾ ਵਰਜਿਸ਼ ਜਿਹੜੇ ਕੰਮ ਹੁੰਦੇ ਸੀ ਨਾ, ਉਹ ਇੱਦਾਂ ਦੇ ਸੀਗੇ ਕਿ ਬਾਡੀ ਦਾ ਇਕੱਲਾ ਹਿੱਸਾ ਜਿਹੜਾ ਸੀਗਾ ਉਹਦੀ ਵਰਜਿਸ਼ ਹੋ ਜਾਂਦੀ ਸੀ। ਉਹ ਇੰਨੀ ਵੈਰਾਈਟੀਜ਼ ਦੇ ਕੰਮ ਸੀਗੇ। ਅਸੀਂ ਸਿਰ 'ਤੇ ਭਾਰ ਵੀ ਚੱਕਣਾ ਹੈ, ਸਿਰ 'ਤੇ ਚੱਕ ਕੇ ਪੱਠੇ ਵੀ ਲਿਆਉਣੇ ਹੈ, ਸਾਈਕਲ ਵੀ ਚਲਾਉਣਾ ਹੈ, ਦੌੜਨਾ ਵੀ ਹੈ, ਖੁੱਲ੍ਹ ਕੇ ਹੱਸਣਾ ਵੀ ਹੈ, ਪੱਠੇ ਕੁਤਰਨੇ ਵੀ। ਉਦਾਹਰਨ ਦੇ ਤੌਰ 'ਤੇ ਖੁੱਲ੍ਹ ਕੇ ਹੱਸਦੇ ਹੀ ਨਹੀਂ। ਜਿਹੜਾ ਬੰਦਾ ਠਾਕੇ ਮਾਰ ਕੇ ਹੱਸ ਲਿਆ, ਉਹ ਬਾਡੀ ਦੀ ਆਪਣੀ ਵਰਜਿਸ਼ ਹੈ, ਉਹ ਠਾਕੇ ਮਾਰ ਕੇ ਹੱਸਣ ਦਾ ਰਿਵਾਜ ਹੀ ਖਤਮ ਹੋ ਗਿਆ। ਹੁਣ ਤਾਂ ਲੋਕ ਐਵੇਂ ਮਤਲਬ ਮੂੰਹ ਸਮਾਈਲ ਕਰਨ ਲੱਗਿਆ ਵੀ ਪੂਰਾ ਮੂੰਹ ਨਹੀਂ ਖੋਲ੍ਹਦੇ। ਤਾਂ ਇਹ ਇੱਕ ਇੱਥੋਂ ਤੱਕ ਜਿਹੜੀ ਸੂਖਸ਼ਮ ਹੁੰਦੀ ਹੈ ਸਾਰੀ ਚੀਜ਼ ਜਿਹੜੀ ਹੈ, ਉਹ ਵੀ ਈਵਨ ਤੁਹਾਡਾ ਅਗਰ ਅੱਜ ਕੱਲ੍ਹ ਤਾਂ ਈਵਨ ਇੱਥੋਂ ਤੱਕ ਕਹਿਣ ਲੱਗੇ ਵੀ ਤੁਸੀਂ ਮਾਸਕ ਲਾ ਰਹੇ ਹੋ, ਤੁਹਾਡਾ ਅਲਟੀਮੇਟਲੀ ਫੇਸ ਜਿਹੜਾ ਉਹ ਚੇਂਜ ਹੋ ਜਾਏਗਾ, ਫੇਸ ਐਕਸਪ੍ਰੈਸ਼ਨਲੈਸ ਹੋ ਜਾਏਗਾ ਹੌਲੀ ਹੌਲੀ। ਕਿਉਂਕਿ ਜਦੋਂ ਤੁਸੀਂ ਮਾਸਕ ਲਾਈਏ ਤਾਂ ਤੁਹਾਡਾ ਫੇਸ ਐਕਸਪ੍ਰੈਸ਼ਨ ਤਾਂ ਦਿਖ ਨਹੀਂ ਰਿਹਾ, ਸੋ ਤੁਸੀਂ ਐਕਸਪ੍ਰੈਸ਼ਨ ਕੋ ਕਰ ਹੀ ਨਹੀਂ ਰਹੇ, ਤੁਸੀਂ ਮਕੈਨੀਕਲ ਜਿਹੇ ਹੋ ਰਹੇ ਹੋ। ਤਾਂ ਇੱਥੋਂ ਤੱਕ ਸੂਖਸ਼ਮ ਕੰਮ ਸਾਡੇ ਉੱਪਰ ਅਸਰ ਪੈਂਦਾ ਹੈ, ਸਾਡੇ ਜਿਹੜੀਆਂ ਹੱਡੀਆਂ ਪੱਠਿਆਂ 'ਤੇ, ਕਿ ਉਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਸਿਸਟਮ ਅਸੀਂ ਉਹਨੂੰ ਐਜ਼ ਏ ਹੋਲ ਉਹਨੂੰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ। ਅਤੇ ਉਹ ਅਸੀਂ ਕਿਉਂਕਿ ਭੁੱਲਦੇ ਜਾ ਰਹੇ ਹਾਂ, ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ, ਗੈਰ ਕੁਦਰਤੀ ਸਾਡਾ ਵਰਤਾਰਾ ਹੋ ਰਿਹਾ, ਖਾਣ ਪੀਣ 'ਚ ਵੀ, ਰਹਿਣ ਸਹਿਣ 'ਚ ਵੀ, ਵਰਜਿਸ਼ 'ਚ ਵੀ, ਕੰਮਾਂ ਕਾਰਾਂ 'ਚ ਵੀ, ਬਾਕੀ ਸਮਾਜ ਆਪਸੀ ਰਿਸ਼ਤਿਆਂ 'ਚ।
ਜੇ ਤੁਸੀਂ ਰਿਸ਼ਤਿਆਂ ਦੇ ਤੌਰ 'ਤੇ ਤੁਸੀਂ ਇੱਕ ਦੂਜੇ ਨਾਲ ਨਿੱਘ ਨਹੀਂ ਹੋਊਗਾ ਤੁਹਾਡੇ ਦੇ ਤਾਂ ਚਿਹਰਾ ਵੀ ਤੁਹਾਡਾ ਉੱਦਾਂ ਦਾ ਹੋ ਜਾਏਗਾ। ਤਾਂ ਕਿਤੇ ਨਾ ਕਿਤੇ ਇਹ ਸਾਰੇ ਦਾ ਸਿਸਟਮ ਸਾਰਾ ਪੂਰਾ ਦਾ ਪੂਰਾ ਹੋਲ ਹੈ। ਉਹਦੇ ਵਿੱਚ ਹੀ ਕਿਤੇ ਨਾ ਕਿਤੇ ਨਾੜਾਂ ਵਾਲੀ ਸਮੱਸਿਆ ਜਿਹੜੀ ਆਪਾਂ ਨੂੰ ਆ ਰਹੀ ਹੈ ਕਿ ਸਾਡੀ ਨਰਵ ਜਿਹੜੀਆਂ ਨੇ ਕਮਜ਼ੋਰ ਹੋ ਰਹੀਆਂ ਨੇ, ਅਤੇ ਉਹਦੇ 'ਚ ਜਿਹੜਾ ਹੱਥ ਪੈਰ ਸੌਣੇ ਵੀ ਉਹਦਾ ਹਿੱਸਾ ਹੈ। ਤਾਂ ਉਹ ਫਿਰ ਉਹ ਸਾਰਾ ਚੰਗੀ ਤਰ੍ਹਾਂ ਘੋਖਣਾ ਪਏਗਾ, ਕਾਰਨ ਵੀ ਲੱਭਣਾ ਪਏਗਾ। ਜੇ ਕਾਰਨ ਨਹੀਂ ਲੱਭਦਾ ਤਾਂ ਫਿਰ ਜਿਹੜੀ ਆਪਾਂ ਸਾਰੀਆਂ ਗੱਲਾਂ ਕੀਤੀਆਂ ਨੇ ਇੱਧਰ ਥੋੜ੍ਹਾ ਖਿਆਲ ਦੇਣਾ ਪਏਗਾ। ਜੇ ਆਪਾਂ ਬੰਦੇ ਨੂੰ ਐਜ਼ ਏ ਹੋਲ ਟਰੀਟ ਕਰਾਂਗੇ, ਐਜ਼ ਇੰਡੀਵਿਜੂਅਲ, ਐਜ਼ ਇੱਕ ਜਿਹਨੂੰ ਕਹਿੰਦੇ ਆ ਕੁਦਰਤ ਦਾ ਅਜੂਬਾ ਜਿਹੜਾ ਹੁੰਦਾ ਹੈ ਸਰੀਰ ਹੈ, ਅਤੇ ਜੇ ਐਜ਼ ਏ ਹੋਲ ਟਰੀਟ ਕਰਾਂਗੇ ਤਾਂ ਫਿਰ ਕੁਦਰਤ ਦੇ ਅੰਦਰ ਬਹੁਤ ਪਾਵਰ ਹੈ, ਕੁਦਰਤ ਦੇ ਅੰਦਰ ਬਹੁਤ ਸ਼ਕਤੀ ਹੈ ਕਿ ਉਹ ਤੁਹਾਨੂੰ ਠੀਕ ਕਰ ਲੈਂਦੀ ਹੈ। ਤੁਸੀਂ ਕੁਦਰਤ ਵੱਲ ਕਹਿੰਦੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਤੁਸੀਂ ਪਰਮਾਤਮਾ ਵੱਲ ਇੱਕ ਕਦਮ ਵਧਾਓ ਤਾਂ 10 ਕਦਮ ਤੁਹਾਡੇ ਵੱਲ ਆਉਂਦਾ। ਉਹ ਇਹ ਬਿਲਕੁਲ ਸਾਇੰਟੀਫਿਕ ਗੱਲ ਹੈ ਕਿ ਜੇ ਅਸੀਂ ਕੁਦਰਤ ਵੱਲ ਇੱਕ ਕਦਮ ਜਾਂਦੇ ਹਾਂ, ਕੁਦਰਤੀ ਵਰਤਾਰਾ ਕਰਦੇ ਹਾਂ ਆਪਣਾ ਕੁਦਰਤ ਤੋਂ ਜਿਹੜੀ ਦੂਰੀ ਘਟਾਉਂਦੇ ਹਾਂ, ਤਾਂ ਉਹ 10 ਕਦਮ ਚੱਲ ਕੇ ਕੁਦਰਤ ਜਾਂ ਪਰਮਾਤਮਾ ਸਾਡੇ ਵੱਲ ਆਉਂਦਾ। ਤਾਂ ਉਹ ਸਾਰਾ ਵਰਤਾਰਾ ਨੈਚੁਰਲ ਸਾਨੂੰ ਬਣਾਉਣਾ ਚਾਹੀਦਾ ਕਿ ਕੁਦਰਤ ਪੱਖੀ ਹੋਣਾ ਚਾਹੀਦਾ, ਕੁਦਰਤ ਪ੍ਰੇਮੀ ਹੋਣਾ ਚਾਹੀਦਾ, ਪਰਮਾਤਮਾ ਨਾਲ ਜੁੜ ਕੇ ਰਹਿਣਾ ਚਾਹੀਦਾ। ਅਤੇ ਇਹ ਬਾਕੀ ਸਾਰਾ ਜਿਹੜਾ ਸਿਸਟਮ ਹੈ, ਹਵਾ ਪਾਣੀ ਮਿੱਟੀ ਦਾ, ਸਾਡੇ ਕੁਦਰਤੀ ਸਰੋਤ ਨੇ, ਉਹ ਸਾਫ਼ ਸੁਥਰੇ ਹੋਣੇ ਚਾਹੀਦੇ ਆ। ਬਿਮਾਰੀਆਂ ਪ੍ਰਤੀ ਅਲਰਟ ਹੋਣਾ ਚਾਹੀਦਾ ਕਿ ਮੈਨੂੰ ਕੋਈ ਬਿਮਾਰੀ ਲੱਗ ਤਾਂ ਨਹੀਂ ਰਹੀ। ਉਹਦੇ ਲਈ ਡਾਇਗਨੋਸਿਸ ਕਰਨ ਵਾਸਤੇ ਕਦੀ ਝਿਜਕੋ ਨਾ ਕਿ ਕੋਈ ਡਾਇਗਨੋਸਿਸ ਲਈ ਕੋਈ ਪੈਸੇ ਖਰਚਣੇ ਪੈਂਦੇ ਖਰਚੋ, ਲੇਕਿਨ ਜਿਹੜੀਆਂ ਕੈਮੀਕਲ ਦਵਾਈਆਂ ਖਾਣ ਦਾ ਵਰਤਾਰਾ ਹੈ ਉਹ ਥੋੜ੍ਹਾ ਜਿਹਾ ਸੋਚ ਸਮਝ ਕੇ ਕਰੋ ਕਿ ਕੈਮੀਕਲ ਦਵਾਈਆਂ ਉਦੋਂ ਹੀ ਖਾਈਏ ਆਪਾਂ ਜਦੋਂ ਆਪਾਂ ਨੂੰ ਲੋੜ ਹੋਵੇ। ਬਹੁਤ ਸਾਰੇ ਲੋਕ ਜਿਹੜੇ ਨੇ ਬਿਨਾਂ ਲੋੜ ਦੇ ਦਵਾਈਆਂ ਖਾ ਕੇ ਉਲਟਾ ਜ਼ਿਆਦਾ ਬਿਮਾਰ ਹੋ ਰਹੇ ਆ। ਜਿੰਨੇ ਲੋਕ ਪੇਨ ਕਿਲਰ ਖਾ ਰਹੇ ਆ, ਜਿੰਨੇ ਲੋਕ ਮਾਨਸਿਕ ਮੈਂਟਲ ਪੇਨ ਕਿਲਰ ਖਾ ਰਹੇ ਆ ਜਾਂ ਫਿਜ਼ੀਕਲ ਪੇਨ ਕਿਲਰ ਖਾ ਰਹੇ ਆ, ਜਾਂ ਹੁਣ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਬਾਅਦ 'ਚ ਪ੍ਰੂਵ ਹੋ ਜਾਂਦੀਆਂ ਗਲਤ ਨੇ। ਕੋਲੈਸਟਰੋਲ ਵਾਲੀ ਦਵਾਈ ਹੈ, ਉਹ ਹਜ਼ਾਰਾਂ ਖੋਜਾਂ ਨੇ ਪ੍ਰੂਵ ਕਰਤਾ। ਉਹ ਕੋਲੈਸਟਰੋਲ ਦਵਾਈ ਇੰਨੀ ਮਾੜੀ ਹੈ, ਉਹ ਪੱਠਿਆਂ ਦਾ ਪੱਠਾ ਬਿਠਾ ਦਿੰਦੀ ਹੈ, ਨਰਵ ਦਾ ਪੱਠਾ ਬਿਠਾ ਦਿੰਦੀ ਹੈ, ਇੰਪੋਰਟੈਂਟ ਕਰ ਦਿੰਦੀ ਹੈ, ਸ਼ੂਗਰ ਕਰਦੀ ਹੈ, 50 ਕਿਸਮ ਦੀ ਕੈਂਸਰ ਤੱਕ ਕਰਦੀ ਹੈ। ਤਾਂ ਇਹੋ ਜਿਹੇ ਉਸੇ ਕੈਮੀਕਲ ਦਵਾਈਆਂ ਖਾਣ ਦਾ ਵਰਤਾਰਾ ਜਿਹੜਾ ਉਹਨੂੰ ਆਪਾਂ ਘੱਟ ਕਰੀਏ। ਤਾਂ ਮੈਂ ਕਿਹਾ ਸਾਰੀਆਂ ਚੀਜ਼ਾਂ ਘਰ ਮਿਲਾ ਕੇ ਚੱਲਾਂਗੇ ਆਪਾਂ, ਜਿਹੜੀ ਇਹ ਸਮੱਸਿਆ ਆ ਰਹੀ ਹੱਥ ਪੈਰ ਸੌਣ ਵਾਲੀ, ਇਹ ਵੀ ਜ਼ਰੂਰ ਕਿਤੇ ਨਾ ਕਿਤੇ ਆਪਾਂ ਕੰਟਰੋਲ ਕਰ ਸਕਾਂਗੇ। ਜਿਹੜਾ ਆਪਾਂ ਬੈਠ ਕੇ ਚੌਂਕੜੀ ਮਾਰਨ ਕੇ ਉੱਠਿਆ ਨਹੀਂ ਜਾਂਦਾ, ਜਾਂ ਫਿਰ ਉਹ ਜੇ ਆਪਾਂ ਬੈਠ ਜਾਂਦੇ ਹਾਂ ਜ਼ਿਆਦਾ ਦੇਰ ਚੌਂਕੜੀ ਮਾਰ ਕੇ, ਤਾਂ ਉਹ ਜਿਹੜਾ ਜੋੜ ਆ ਉਹ ਆਕੜ ਜਾਂਦਾ, ਉੱਥੇ ਉਹ ਖੁੱਲ੍ਹਦਾ ਨਹੀਂ ਹੈਗਾ ਇੱਕ ਜਗ੍ਹਾ 'ਤੇ। ਇਹਦੀ ਕੋਈ ਹੱਡੀਆਂ ਦੀ ਸਮੱਸਿਆ ਹੈ ਜਾਂ ਫਿਰ ਇਹਦੇ ਵੀ ਜਿਹੜਾ ਸੰਬੰਧ ਹੈ ਇਸੇ ਨਾਲ ਹੈ ਜਿਸ ਤਰ੍ਹਾਂ ਦੋ ਜੋੜ ਅਸੀਂ ਵਰਤਦੇ ਨਹੀਂ ਹੱਬਾਂ 'ਤੇ ਪ੍ਰੋਪਰਲੀ। ਗੋਡੇ ਜਿਹੜੇ ਨੇ ਇਹਦੇ ਸਾਡੇ ਪੱਠੇ ਕਮਜ਼ੋਰ ਕਰ ਲਏ ਸੀ, ਉੱਪਰਲੇ ਵੀ ਅਤੇ ਥੱਲੜੇ ਵੀ, ਕਿਉਂਕਿ ਅਸੀਂ ਤੁਰਦੇ ਨਹੀਂ ਭੱਜਦੇ ਨਹੀਂ। ਜਿਹੜਾ ਹਿੱਪ ਜੁਆਇੰਟ ਹੈ, ਹਿੱਪ ਜੁਆਇੰਟ ਦੀ ਮੂਵਮੈਂਟ ਹੀ ਸਾਡੀ ਬਹੁਤ ਘੱਟ ਹੈ। ਤੁਸੀਂ ਰੂਟੀਨ 'ਚ ਮੈਨੂੰ ਦੱਸੋ ਵੀ ਜਦ ਤੱਕ ਬੰਦਾ ਭਾਰ ਨਾ ਚੱਕੇ, ਝੁਕੇ ਨਾ, ਚੱਜ ਨਾ ਲੱਗੇ, ਜਾਂ ਦੌੜੇ ਨਾ, ਤਾਂ ਉਹਦੇ ਨਾਲ ਹਿੱਪ ਜੁਆਇੰਟ ਯੂਜ਼ ਹੀ ਨਹੀਂ ਹੁੰਦਾ। ਤਾਂ ਜਿਹੜਾ ਹਿੱਪ ਕੁੱਲਾ ਜਿਹੜਾ ਹਿੱਪ ਜੁਆਇੰਟ ਹੈ, ਉਹਦੇ ਬਹੁਤ ਪ੍ਰੋਬਲਮ ਹੋਣ ਲੱਗ ਗਈਆਂ। ਪਰ ਨੀ ਤੋਂ ਬਾਅਦ ਹੁਣ ਜੇ 2 ਨੰਬਰ ਜੁਆਇੰਟ ਖਰਾਬ ਹੁੰਦਾ ਤਾਂ ਉਹ ਹਿੱਪ ਜੁਆਇੰਟ ਖਰਾਬ ਹੋ ਰਿਹਾ, ਇਸੇ ਕਰਕੇ ਟੁੱਟ ਵੀ ਰਹੇ ਨੇ ਜ਼ਿਆਦਾ। ਹੋਰ ਹੱਡੀਆਂ ਵੀਕ ਹੋ ਜਾਂਦੀਆਂ ਨੇ, ਉਹ ਤੁਰੇ ਤੋਂ ਜਾਂਦੇ ਬਾਥਰੂਮ 'ਚ ਮਾੜਾ ਜਿਹਾ ਬੰਦਾ ਸਲਿੱਪ ਕੀਤਾ ਹੱਡੀ ਟੁੱਟ ਜਾਂਦੀ ਹੈ। ਉਹ ਇਸੇ ਕਰਕੇ ਹੋ ਰਹੀ, ਹੱਡੀਆਂ ਬਹੁਤ ਕਮਜ਼ੋਰ ਕਰ ਲਈਆਂ ਅਸੀਂ, ਕਿਉਂਕਿ ਕੋਈ ਸਰੀਰ ਕੰਮ ਨਹੀਂ ਕਰਦੇ, ਖਾਣਾ ਪੀਣਾ ਸਾਡਾ ਠੀਕ ਨਹੀਂ ਹੈ, ਹੱਡੀਆਂ ਇੰਨੀਆਂ ਕਮਜ਼ੋਰ ਨੇ ਸਾਡੀਆਂ ਕਿ ਤੁਰੇ ਜਾਂਦੇ ਹੱਡੀ ਟੁੱਟ ਜਾਂਦੀ ਹੈ। ਜੀ ਤਾਂ ਕਿਤੇ ਨਾ ਕਿਤੇ ਸਾਰਾ ਵਰਤਾਰਾ ਕਿਤੇ ਨਾ ਕਿਤੇ ਸਾਡੇ ਸਿਸਟਮ ਨਾਲ ਜੁੜਿਆ ਹੋਇਆ, ਜਿਸ ਸਿਸਟਮ 'ਚ ਬਹੁਤ ਇੰਪੋਰਟੈਂਟ ਨੇ ਹੱਡੀਆਂ, ਪੱਠੇ ਅਤੇ ਸਾਡੇ ਜੋੜ ਅਤੇ ਨਰਵਸ। ਇਹ ਇੱਕੋ ਸਿਸਟਮ ਹੈ, ਮਸਕੂਲੋਸਕੈਲਟਲ ਸਿਸਟਮ ਦੇ ਨਾਲ ਨਰਵਸ ਸਿਸਟਮ ਰਲ ਕੇ ਸਾਡਾ ਸਰੀਰ ਦਾ ਟੋਟਲ ਢਾਂਚਾ ਜਿਹੜਾ ਕੋਆਰਡੀਨੇਟ ਹੁੰਦਾ, ਤਾਲਮੇਲ ਬਣਦਾ ਉਹਦਾ, ਅਤੇ ਉਹਦੇ ਨਾਲ ਸਾਰਾ ਕੰਮ ਚੱਲਦਾ। ਤਾਂ ਉਹ ਸਾਰਾ ਸਟਰੋਂਗ ਰੱਖਣਾ ਸੀ, ਤਾਂ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਸਾਰੀਆਂ ਦਾ ਹੀ ਖਿਆਲ ਰੱਖਣਾ ਪਏਗਾ, ਤਾਂ ਅਸੀਂ ਬਚ ਸਕਦੇ ਹਾਂ। ਜੇ ਆਪਾਂ ਇਕੱਲਾ ਕਹਾਂਗੇ ਵੀ ਮੈਨੂੰ ਇੱਕ ਬਿਮਾਰੀ ਹੋ ਗਈ ਤਾਂ ਮੈਂ ਉਹਦੀ ਦਵਾਈ ਖਾ ਲਾਂ ਅਤੇ ਫਿਰ ਠੀਕ, ਉਹ ਨਹੀਂ ਹੋਣਾ। ਉਹ ਦਵਾਈ ਦੀ ਮਾੜੀ ਮੋਟੀ ਲਾਮਤ ਤਾਂ ਠੀਕ ਹੋ ਜਾਏਗੀ, ਲੇਕਿਨ ਦੂਜੇ ਪਾਸੇ ਕੋਈ ਹੋਰ ਬਿਮਾਰੀ ਆ ਜਾਏਗੀ। ਸੋ ਇਸ ਕਰਕੇ ਐਜ਼ ਏ ਹੋਲ ਤੁਹਾਨੂੰ ਇਹ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ ਪਏਗਾ, ਤਾਂ ਜਾ ਕੇ ਆਪਾਂ ਬਚਾਂਗੇ। ਡਾਕਟਰ ਸਾਹਿਬ, ਜੇ ਆਪਾਂ ਹੁਣ ਇੱਕ ਗੱਲ ਕੀਤੀ ਹੈ, ਹੱਥਾਂ ਪੈਰਾਂ ਦੀ ਗੱਲ ਛਿੜੀ ਹੈ, ਤਾਂ ਇੱਕ ਜਿਹੜੀ ਮੈਨੂੰ ਲੱਗਦਾ ਦਰਸ਼ਕਾਂ ਦੇ ਦਿਮਾਗ ਦੇ ਵਿੱਚ ਸਵਾਲ ਹੋਰ ਆਇਆ ਹੁਣ ਵੀ ਸ਼ਾਇਦ ਇਹ ਵੀ ਪੁੱਛ ਲੈਣ ਤਾਂ ਚੰਗਾ ਹੋਏਗਾ। ਮੈਂ ਇਹ ਪੁੱਛਣਾ ਚਾਹਾਂਗਾ ਕਿ ਸਰਦੀਆਂ ਦੇ ਵਿੱਚ ਬੰਦੇ ਦੇ ਹੱਥ ਪੈਰ ਜਿਹੜੇ ਨੇ, ਉਹ ਖਾਸ ਕਰਕੇ ਲੇਡੀਜ਼ ਦੇ ਹੱਥ ਪੈਰ ਜਿਹੜੇ ਨੇ ਉਹ ਸੁੱਜ ਜਾਂਦੇ ਨੇ, ਅਤੇ ਗਰਮੀਆਂ ਦੇ ਵਿੱਚ ਜਿਹੜੇ ਨੇ ਉਹ ਬੰਦਿਆਂ ਦੇ ਖਾਸ ਕਰ ਜਿਹੜੇ ਉਹ ਪੈਰਾਂ ਦੇ ਵਿੱਚ ਫੰਗਸ, ਪੈਰਾਂ ਦੇ ਵਿੱਚ ਜ਼ਖਮ ਹੋਣ ਲੱਗ ਜਾਂਦੇ ਨੇ, ਛਾਲੇ ਹੋਣ ਲੱਗ ਜਾਂਦੇ ਪੈਰਾਂ ਦੇ ਨੀਚੇ। ਇਹਨਾਂ ਦੇ ਕੀ ਕਾਰਨ ਨੇ? ਉਹ ਦੋਨੋਂ ਜੀ ਅਲੱਗ-ਅਲੱਗ ਪ੍ਰੋਬਲਮ ਨੇ। ਜਿਹੜੀ ਸਰਦੀਆਂ 'ਚ ਹੁੰਦੇ ਉਹ ਤਾਂ ਸਰਦੀਆਂ ਤੋਂ ਹੁੰਦੇ ਆ। ਜੀ। ਠੰਡ ਜਿਹੜੀ ਨਾ ਕੋਲਡ ਇੰਜਰੀ ਨੋਨ ਹੈ, ਕੋਲਡ ਇੰਜਰੀ ਕਹਿ ਲਓ, ਕੋਲਡ ਐਲਰਜੀ ਵੀ ਕਹਿਣ ਲੱਗ ਗਿਆ ਅੱਜ ਕੱਲ੍ਹ, ਕਿ ਠੰਡ ਨੂੰ ਜਦੋਂ ਤੁਸੀਂ ਐਕਸਪੋਜ਼ ਕਰਦੇ ਹੋ ਤਾਂ ਆਪਣੇ ਨਿੱਘੇ ਨਹੀਂ ਰੱਖਦੇ। ਬਹੁਤ ਵਾਰੀ ਅਸੀਂ ਪੈਰ ਅਤੇ ਹੱਥ ਨਿੱਘੇ ਨਹੀਂ ਰੱਖਦੇ, ਉਹ ਨਿੱਘੇ ਨਾ ਰੱਖਣ ਕਰਕੇ ਜਿਹੜੀ ਦਿੱਕਤ ਆਉਂਦੀ ਹੈ ਸਾਨੂੰ। ਬਾਕੀ ਜਿਹੜੀਆਂ ਜਨਰਲ ਗੱਲਾਂ ਕੀਤੀਆਂ ਆਪਾਂ ਉਹ ਵੀ ਉਹ 'ਚ ਆਪਰੇਟ ਕਰਦੀਆਂ ਨੇ ਕਿ ਜਿਹੜਾ ਬੰਦਾ ਸਟਰੋਂਗ ਹੈ, ਸਟਰਡੀ ਹੈ, ਹੈਲਥਫੁੱਲ ਹੈ, ਉਹਨੂੰ ਇਹ ਪ੍ਰੋਬਲਮ ਨਹੀਂ ਆਉਣਗੀਆਂ। ਹੱਥ ਪੈਰ ਸੁੱਜਣ ਵਾਲੀ ਪ੍ਰੋਬਲਮ ਉਸੇ ਨੂੰ ਜਿਹੜਾ ਕਮਜ਼ੋਰ ਜਿਹਾ, ਮਾੜਚੂ ਜਿਹਾ, ਐਵੇਂ ਬਾਰਡਰ ਲਾਈਨ 'ਤੇ ਜਿਹੜਾ ਉਹਦੀ ਕੰਮ ਦਾ ਚੱਲੀ ਜਾ ਰਿਹਾ, ਪਰ ਉਹਦੀ ਸਿਹਤ ਸੂਤ ਕੋਈ ਬਹੁਤੀ ਵਧੀਆ ਨਹੀਂ, ਉਹਨਾਂ ਲੋਕਾਂ ਨੂੰ ਇਹ ਸਮੱਸਿਆਵਾਂ ਜ਼ਿਆਦਾ ਆਉਣਗੀਆਂ। ਸਰਦੀਆਂ ਤਾਂ ਜ਼ਿਆਦਾ ਠੰਡ ਕਰਕੇ ਹੁੰਦੀਆਂ ਨੇ,
ਉਹ ਸਰਦੀ ਤੋਂ ਐਲਰਜੀ ਕਹਿ ਲਓ, ਉਹਨੂੰ ਚਾਹੇ ਕੋਲਡ ਇੰਜਰੀ ਕਹਿ ਲਓ। ਬਹੁਤ ਵਾਰੀ ਅਸੀਂ ਠੰਡੇ ਹੱਥ ਨੂੰ ਜਾ ਕੇ ਅੱਗ 'ਤੇ ਸੇਕ ਦਿੰਦੇ ਹਾਂ ਸਿੱਧਾ, ਬਹੁਤ ਅਵਾਇਡ ਕਰਨਾ ਚਾਹੀਦਾ ਅੱਗ ਸੇਕਣ ਲੱਗਿਆ। ਦੂਜੀ ਗੱਲ, ਹੱਥਾਂ ਤੇ ਪੈਰਾਂ ਨੂੰ ਆਪਾਂ ਨਿੱਘੇ ਰੱਖੀਏ ਉਸ ਹਿਸਾਬ ਨਾਲ। ਦੂਜੀ ਗੱਲ, ਜਨਰਲ ਜਿਹੜੀਆਂ ਜਨਰਲ ਗੱਲਾਂ ਕੀਤੀਆਂ ਨੇ ਉਹ ਸਾਰਿਆਂ ਵਾਸਤੇ ਜ਼ਰੂਰੀ ਨੇ। ਅੱਛਾ ਖਾਣਾ, ਅੱਛਾ ਵਰਜਿਸ਼ ਕਰਨੀ, ਸਾਰਾ ਕੁਝ ਉਹ ਕਰਾਂਗੇ ਤਾਂ ਬਹੁਤ ਘੱਟ ਹੋਣਗੀਆਂ। ਜਿਹੜੀ ਤੁਸੀਂ ਗਰਮੀਆਂ ਦੀ ਗੱਲ ਕੀਤੀ ਹੈ, ਪੈਰਾਂ ਜਿਹੜੇ ਫੰਗਸ ਹੁੰਦੀ ਹੈ, ਫੰਗਸ ਡਿਫਰੈਂਟ, ਜੇ ਕੋਈ ਪਸੀਨਾ ਆਉਂਦਾ ਗਰਮੀਆਂ 'ਚ। ਹੁਣ ਗਰਮੀਆਂ 'ਚ ਦੇਖੋ ਅੱਜ ਕੱਲ੍ਹ ਕਿੱਡਾ ਮਾੜਾ ਵਰਤਾਰਾ ਪਾਇਆ ਹੋਇਆ ਕਿ ਲੋਕ ਗਰਮੀਆਂ 'ਚ ਵੀ ਜਰਾਬਾਂ ਪਾਈ ਜਾਂਦੇ ਆ। ਜਦੋਂ ਕਿ ਗਰਮੀਆਂ 'ਚ ਖੁੱਲੀਆਂ ਜੁੱਤੀਆਂ ਪਾਉਣੀਆਂ ਚਾਹੀਦੀਆਂ ਨੇ, ਖੁੱਲ੍ਹੇ ਪੈਰਾਂ ਵਾਲੀਆਂ। ਜਦੋਂ ਅਸੀਂ ਗਰਮੀਆਂ 'ਚ ਜੁੱਤੀ ਪਾ ਕੇ ਰੱਖਾਂਗੇ ਜਰਾਬਾਂ, ਤਾਂ ਉੱਥੇ ਰਾਤ ਪਸੀਨਾ ਆਈ ਜਾਊਗਾ, ਉਹ ਫਿਰ ਫੰਗਸ ਹੋਣ ਲੱਗ ਜਾਂਦੀ ਹੈ। ਫੰਗਸ ਦਾ ਗੁਣ ਹੈ ਕਿ ਫੰਗਸ ਜਿੱਥੇ ਵੀ ਸਿੱਲ ਹੋਏਗੀ ਉੱਥੇ ਫੰਗਸ ਗਰੋ ਕਰ ਜਾਏਗੀ। ਫੰਗਸ ਨੇ ਕਿਤੇ ਬਾਹਰੋਂ ਤਾਂ ਆਉਣਾ ਨਹੀਂ ਹੈ, ਫੰਗਸ ਸਾਡੇ ਸਰੀਰ 'ਤੇ ਹੀ ਹੁੰਦੀ ਹੈ। ਲੇਕਿਨ ਉਹਨੂੰ ਗਰੋ ਕਰਨ ਦਾ ਮੌਕਾ ਉਦੋਂ ਮਿਲਦਾ ਹੈ, ਬਿਮਾਰੀ ਬਣਨ ਦਾ ਮੌਕਾ ਉਦੋਂ ਮਿਲਦਾ ਜਦੋਂ ਉਹਨੂੰ ਉਹ ਵਾਤਾਵਰਨ ਮਿਲਦਾ। ਅਤੇ ਵਾਤਾਵਰਨ ਕੌਣ ਦਿੰਦਾ? ਸਿੱਲ। ਸਿੱਲ ਕਿਵੇਂ ਪੈਦਾ ਹੁੰਦੀ ਹੈ? ਜਦੋਂ ਪਸੀਨਾ ਆਉਂਦਾ, ਜਿੱਥੇ ਪਸੀਨਾ ਜਲਦੀ ਸੁੱਕ ਜੂਗਾ ਉੱਥੇ ਫੰਗਸ ਨਹੀਂ ਹੋਏਗੀ, ਜਿੱਥੇ ਪਸੀਨਾ ਦੇਰ ਨਾਲ ਸੁੱਕੇਗਾ ਉੱਥੇ ਫੰਗਸ ਹੋਏਗੀ। ਜਿਵੇਂ ਮੰਨ ਲਓ ਕੱਛਾਂ 'ਚ ਫੰਗਸ ਹੋਏਗੀ, ਨਾਲਾਂ 'ਚ ਫੰਗਸ ਹੋਏਗੀ, ਪਸੀਨਾ ਜਲਦੀ ਸੁੱਕਦਾ ਨਹੀਂ ਹੈ। ਪੈਰਾਂ 'ਤੇ ਤੁਸੀਂ ਜਰਾਬਾਂ ਪਾਈ ਰੱਖੋਗੇ, ਉਹਨੂੰ ਪੈਰਾਂ ਨੂੰ ਹਰ ਵੇਲੇ ਜਾਂ ਤਾਂ ਅਸੀਂ ਜੁੱਤੀ 'ਚ ਵੜ ਕੇ ਰੱਖਦੇ ਹਾਂ, ਜਾਂ ਪੁਰਾਣੇ ਜ਼ਮਾਨੇ 'ਚ ਲੋਕ ਨੰਗੇ ਪੈਰੀ ਤੁਰੇ ਫਿਰਦੇ ਹੁੰਦੇ ਸੀਗੇ, ਫੰਗਸ ਨਹੀਂ ਸੀ ਹੁੰਦੀ। ਕੋਈ ਸਿੱਲ ਹੋਊਗੀ ਤਾਂ ਹੀ ਫੰਗਸ ਹੋਊਗੀ। ਮੰਨ ਲਓ ਬੰਦਾ ਪਾਣੀ 'ਚ ਵੜ ਵੀ ਗਿਆ, ਉਹ ਨਿਕਲਣ ਸਾਰ ਫਿਰ ਸੁੱਕ ਜਾਂਦਾ ਸੀ, ਅਤੇ ਫੰਗਸ ਨੂੰ ਟਾਈਮ ਨਹੀਂ ਸੀ ਮਿਲਦਾ ਗਰੋ ਕਰਨ ਦਾ। ਅੱਜ ਕਿਉਂਕਿ ਅਸੀਂ ਲਗਾਤਾਰ ਹੱਥਾਂ ਦੇ ਅੰਦਰ ਹੋਣ ਲੱਗੀ, ਕਿਉਂਕਿ ਲੇਡੀਜ਼ ਜਿਹੜੀਆਂ ਨੇ ਉਹ ਲਗਾਤਾਰ ਰਸੋਈ 'ਚ ਗਿੱਲਾ ਰਹਿੰਦੇ ਹੱਥ, ਉਹ ਨੱਥਾਂ ਦੀ ਫੰਗਸ ਵੀ ਹੋਣ ਲੱਗੀ ਹੈ। ਸੋ ਇਹ ਕਿਤੇ ਨਾ ਕਿਤੇ ਫੰਗਸ ਦਾ ਵਰਤਾਰਾ ਜਿਹੜਾ ਇਹ ਸਿੱਲ ਨਾਲ ਅਤੇ ਉਹਦੇ ਨਾਲ ਜੁੜਿਆ ਹੋਇਆ, ਪਲੱਸ ਉਹ ਜਨਰਲ ਬਾਡੀ ਇਮਿਊਨਿਟੀ ਕਰਕੇ ਹੁੰਦਾ ਹੀ ਹੈ। ਖੈਰ ਜੇ ਉਹ ਹੋਏਗਾ ਉਸ ਬੰਦੇ ਨੂੰ ਜਿਹਦੀ ਇਮਿਊਨਿਟੀ ਲੋ ਹੈ, ਕਿਉਂ ਮੈਂ ਕੁਛ ਚੀਜ਼ਾਂ ਨੂੰ ਤਾਂ ਇਮਿਊਨਿਟੀ ਦੇ ਮੀਟਰ ਮੰਨਦਾ। ਜਿਵੇਂ ਬਿਜਲੀ ਦਾ ਮੀਟਰ ਲੱਗਿਆ ਹੁੰਦਾ ਨਾ, ਇਹਨਾਂ ਦੇ 3-4 ਚੀਜ਼ਾਂ ਦੇ ਮੀਟਰ ਨੇ। ਮੰਨ ਲਓ ਮੌਕੇ ਹੋਣਾ, ਮੱਸੇ ਹੋਣਾ। ਜੇ ਤੁਹਾਨੂੰ ਮੱਸੇ ਹੋਣ ਲੱਗ ਗਏ ਹੈ ਬਾਡੀ ਦਾ, ਤਾਂ ਸਮਝੋ ਤੁਹਾਡੀ ਬਾਡੀ ਥੱਲੇ ਜਾ ਰਹੀ ਹੈ। ਸਿਮਿਲਰਲੀ ਫੰਗਸ ਹੈ, ਜਦੋਂ ਫੰਗਸ ਹੋ ਰਹੀ ਹੈ ਸਮਝੋ ਤੁਹਾਡੀ ਬਾਡੀ ਇਮਿਊਨਿਟੀ ਲੋ ਜਾਣ ਲੱਗ ਗਈ ਹੈ। ਸਿਮਿਲਰਲੀ ਥੋੜ੍ਹਾ ਜਿਹਾ ਮੰਨ ਲਓ ਜ਼ੁਕਾਮ ਹੋ ਗਿਆ ਅਤੇ ਹਟਦਾ ਹੀ ਨਹੀਂ ਹੈ, ਉਹ ਲਗਾਤਾਰ ਲਈ ਜਾ ਰਿਹਾ, ਤਾਂ ਇਹਦਾ ਮਤਲਬ ਤੁਹਾਡੀ ਬਾਡੀ ਇਮਿਊਨਿਟੀ ਲੋ ਹੈ। ਸਿਮਿਲਰਲੀ ਸਿੱਕਰੀ ਵੀ ਕਿਸੇ ਹੱਦ ਤੱਕ ਜਿਹੜੀ ਹੈ, ਸਿੱਕਰੀ ਅਗਰ ਜਾਂ ਲੋੜ ਤੋਂ ਵੱਧ ਹੋ ਰਹੀ ਹੈ ਤੁਹਾਨੂੰ, ਤਾਂ ਉਹ ਵੀ ਕਿਤੇ। ਤਾਂ ਇਹ ਕੁਛ ਮੀਟਰ ਨੇ, ਇਹਨਾਂ ਨੂੰ ਸਗੋਂ ਉਲਟਾ ਲੈਣਾ ਚਾਹੀਦਾ ਕਿ ਜੇ ਇਹ ਮੈਨੂੰ ਹੋ ਰਿਹਾ ਤਾਂ ਇਹਦਾ ਮਤਲਬ ਮੇਰੀ ਬਾਡੀ ਇਮਿਊਨਿਟੀ ਨੂੰ ਲੋੜ ਹੈ ਇੰਪਰੂਵ ਕਰਨ ਦੀ। ਤਾਂ ਇਹਨੂੰ ਤੁਸੀਂ ਬਾਡੀ ਇਮਿਊਨਿਟੀ ਇੰਪਰੂਵ ਕਰੋ, ਤੁਹਾਡੇ ਮੱਸੇ ਐਂ ਝੜ ਜਾਣਗੇ ਜਿਵੇਂ ਰੇਤ ਦੇ ਕਣ ਨੇ। ਮੈਂ HIV ਦੇ ਮਰੀਜ਼ਾਂ 'ਚ ਦੇਖਿਆ ਕਿ ਤੁਹਾਡੀ ਬਾਡੀ ਇਮਿਊਨਿਟੀ ਇੰਪਰੂਵ ਕਰੋ, ਤੁਹਾਡੀ ਫੰਗਸ ਠੀਕ ਹੋ ਜਾਏਗੀ। ਬਾਡੀ ਇਮਿਊਨਿਟੀ ਇੰਪਰੂਵ ਕਰੋ, ਤੁਹਾਡਾ ਜ਼ੁਕਾਮ ਠੀਕ ਹੋ ਜਾਏਗਾ। ਨਾਲ ਦੀ ਨਾਲ ਜਿਹਨੂੰ ਪੁਰਾਣਾ ਸਾਈਨੋਸਾਈਟਿਸ, ਕ੍ਰੋਨਿਕ ਸਾਈਨੋਸਾਈਟਿਸ ਕਹਿੰਦੇ ਸੀ, ਉਹ ਸਿਰਫ ਉਹਨੂੰ ਹੁੰਦਾ ਜਿਹਦੀ ਇਮਿਊਨਿਟੀ ਲੋ ਹੈ। ਤੁਸੀਂ ਵਰਜਿਸ਼ ਕਰਨੀ ਸ਼ੁਰੂ ਕਰ ਦਿਓ, ਖਾਣਾ ਪੀਣਾ ਸ਼ੁਰੂ ਕਰ ਦਿਓ, ਨਾਲ ਦੀ ਨਾਲ ਜ਼ੁਕਾਮ ਵੀ ਠੀਕ ਹੋ ਜਾਂਦਾ, ਫੰਗਸ ਵੀ ਠੀਕ ਹੋ ਜਾਂਦੀ ਹੈ। ਤੁਹਾਡੇ ਮੌਕੇ ਨੇ ਇਹ ਝੜ ਜਾਂਦੇ ਆ, ਜਿਹਨਾਂ ਨੂੰ ਤੇਜ਼ਾਬ ਲਾ ਕੇ ਸਕਿਨ ਵਾਲੇ ਸਾੜਦੇ ਆ, ਤੁਸੀਂ ਬਾਡੀ ਇਮਿਊਨਿਟੀ ਇੰਪਰੂਵ ਕਰੋ, ਐਨ ਝੜ ਜਾਂਦੇ ਨਾਲ ਦੀ ਨਾਲ ਝੜ ਜਾਂਦੇ। ਸੋ ਇਸ ਕਰਕੇ ਬਾਡੀ ਇਮਿਊਨਿਟੀ ਸਭ ਤੋਂ ਇੰਪੋਰਟੈਂਟ ਹੁੰਦੀ ਹੈ, ਅਤੇ ਸਿਹਤ ਇੰਪੋਰਟੈਂਟ ਹੈ। ਸੋ ਸਾਨੂੰ ਕੀ ਲੋੜ ਹੈ ਜੀ ਕਿ ਅਸੀਂ ਸਿਹਤ ਓਰੀਐਂਟਡ ਹੋਈਏ, ਸਿਹਤ ਨੂੰ ਵਧੀਆ ਰੱਖੀਏ, ਔਰ ਬਾਡੀ ਇਮਿਊਨਿਟੀ ਨੂੰ ਐਨ ਪੂਰਾ ਪ੍ਰਚੰਡ ਰੱਖੀਏ। ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦੀ ਬਿਮਾਰੀ, ਕਿਉਂਕਿ ਬਿਮਾਰੀ ਇੱਦਾਂ ਆਉਂਦੀ ਹੋਈ ਨਹੀਂ ਹੈ। ਬਿਮਾਰੀ ਆਉਣ ਦਾ ਮਤਲਬ ਪਹਿਲੀ ਸਟੇਜ ਹੁੰਦੀ ਹੈ ਜਿੱਥੇ ਅਸੀਂ ਬਾਡੀ ਨੂੰ ਵੀਕ ਕਰ ਲਿਆ, ਬਾਡੀ ਨੂੰ ਕਮਜ਼ੋਰ ਕਰ ਲਿਆ, ਬਾਡੀ ਦੀ ਇਮਿਊਨਿਟੀ ਲੋ ਕਰ ਲਈ, ਬਾਅਦ 'ਚ ਬਿਮਾਰੀ ਆਉਂਦੀ ਹੈ। ਫਿਰ ਬਿਮਾਰੀ ਪਹਿਲਾਂ ਨਹੀਂ ਆਉਂਦੀ। ਕੋਈ ਬੈਕਟੀਰੀਆ ਬਾਰੇ ਸਾਡਾ ਕੁਝ ਨਹੀਂ ਵਿਗਾੜ ਸਕਦਾ ਅਗਰ ਅਸੀਂ ਹੈਲਦੀ ਹਾਂ ਅਤੇ ਸਾਡੀ ਬਾਡੀ ਇਮਿਊਨਿਟੀ ਠੀਕ ਹੈ। ਅਤੇ ਹੁਣ ਆਪਾਂ ਆਈਏ ਕਿ ਹੱਥ ਪੈਰ ਜਿਹੜੇ ਸੌਂਦੇ ਤੋਂ ਆਪਾਂ ਸ਼ੁਰੂ ਕੀਤਾ ਸੀ, ਇਹਦਾ ਕੀ ਇਲਾਜ ਹੈ? ਜਿਹੜੇ ਚੌਂਕੜੀ ਮਾਰ ਕੇ ਆਪਾਂ ਉੱਠ ਨਹੀਂ ਸਕਦੇ, ਆਪਣੇ ਹਿੱਪ ਦੇ ਜੁਆਇੰਟ ਜਿਹੜੇ ਨੇ ਉਹ ਇਕੱਠੇ ਹੋਏ ਨੇ, ਖੁੱਲ੍ਹਦੇ ਨਹੀਂ ਹੈਗੇ ਆਪਣੇ, ਜੇ ਬੈਠ ਜਾਂਦੇ ਹਾਂ ਤਾਂ ਇਹਦਾ ਕੀ ਇਲਾਜ ਹੈ? ਅਤੇ ਜਿਹੜੀ ਫੰਗਲ ਜਿਹੜੀ ਤੁਸੀਂ ਇਨਫੈਕਸ਼ਨ ਜਿਹੜੀ ਇਹਨਾਂ ਦਾ ਕੀ ਇਲਾਜ ਹੈ? ਜੋ ਇਲਾਜ ਇਕੱਲੇ ਕਰਾਂਗੇ ਡਿਟੇਲ ਤਾਂ ਫਿਰ ਤੱਕ ਬਹੁਤ ਟਾਈਮ ਲੱਗੇਗਾ। ਜਨਰਲ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਨੇ ਉਹੀ ਨੇ, ਜਨਰਲ ਗੱਲਾਂ ਉਹੀ ਨੇ ਕਿ ਆਪਾਂ ਕੋਸ਼ਿਸ਼ ਕਰੀਏ ਆਪਣੇ ਆਲੇ ਦੁਆਲੇ ਦੀ ਹਵਾ ਸਾਫ਼ ਸੁਥਰੀ ਹੋਵੇ, ਪਾਣੀ ਸ਼ੁੱਧ ਹੋਵੇ। ਇਹ ਜਨਰਲ ਲੜਾਈ ਹੈ, ਸਮਾਜ ਦੀ ਵੱਡੀ ਲੜਾਈ ਹੈ। ਇਹ ਸਮਾਜ ਨੇ ਐਜ਼ ਏ ਸਮਾਜ ਲੜਨੀ ਹੈ, ਇਕੱਲਾ ਤੋਂ ਇਕੱਲਾ ਬੰਦਾ ਨਹੀਂ ਲੜ ਸਕਦਾ। ਨਹੀਂ, ਆਪਾਂ ਜੇ ਹੱਥ ਪੈਰ ਸੁਣਨ ਦੀ ਆਪਾਂ ਜੇ ਇਕੱਲੀ ਗੱਲ ਕਰੀਏ, ਹਾਂ ਉਹਦੇ ਕਾਰਨ ਵੀ ਤਾਂ ਉੱਥੇ ਹੀ ਨੇ ਨਾ। ਉਹ ਵੀ ਲੰਬੇ ਸਮੇਂ ਦੀ ਲੜਾਈ ਦੇ ਵਿੱਚ ਉਹ ਵੀ ਸ਼ਾਮਲ ਨੇ। ਚਾਹੇ ਹੱਥ ਪੈਰ ਸੁਣਨ ਨੂੰ ਕੋਈ ਵੱਖਰੀ ਸਰੀਰ ਤੋਂ ਵੱਖਰੀ ਬਿਮਾਰੀ ਥੋੜ੍ਹਾ। ਤਾਂ ਉਹ ਦੂਜੀ ਗੱਲ ਅਗਰ ਡਾਈਟ ਆ ਗਈ, ਆਪਾਂ ਡਾਈਟ ਦੀਆਂ ਗੱਲਾਂ ਬਹੁਤ ਵਾਰੀ ਕਰਦੇ ਹਾਂ। ਸੋ ਡਾਈਟ ਹੈਲਦੀ ਖਾਈਏ। ਨੰਬਰ 2 'ਤੇ ਆਪਾਂ ਕੁਛ ਮੈਡੀਸਨਲ ਪਲਾਂਟਸ ਜਿਹੜੇ ਵਰਤਦੇ ਹਾਂ, ਉਹ ਮੈਡੀਸਨਲ ਪਲਾਂਟਸ ਵਰਤਣ ਦੀ ਕੋਸ਼ਿਸ਼ ਕਰੀਏ। ਹਰ ਬਿਮਾਰੀ ਦੇ ਮੈਡੀਸਨਲ ਪਲਾਂਟਸ ਹੈਗੇ ਆ। ਜੇ ਤੁਸੀਂ ਹੱਥ ਪੈਰ ਸੁਣਨ ਵਾਲੀ ਗੱਲ ਕਰਦੇ ਹੋ, ਉਹਦੇ ਵੀ ਕੁਛ ਮੈਡੀਸਨਲ ਪਲਾਂਟਸ ਹੈਗੇ ਆ। ਦੇਖੋ ਮੈਡੀਸਨਲ ਪਲਾਂਟ ਜਿਹੜੇ ਨੇ, ਜਿੰਨੇ ਤੁਸੀਂ ਤੁਹਾਡੇ ਜਿਹੜੇ ਜੂਸਸ ਨੇ, ਜਿੱਦਾਂ ਗ੍ਰੀਨ ਜੂਸ ਹੈ, ਰੈੱਡ ਜੂਸ ਹੈ, ਇਹ ਜੂਸਸ ਨੇ। ਫਿਰ ਉਸ ਤੋਂ ਬਾਅਦ ਕਾੜੇ ਨੇ, ਕੁਛ ਕਾੜਿਆਂ 'ਚੋਂ ਤੁਸੀਂ ਨਰਵਸ ਸਿਸਟਮ ਲਈ ਕਾੜੇ ਥੋੜ੍ਹੇ, ਜਿਵੇਂ ਪਰੀਜਾਤ ਹੈ, ਹਰ ਸ਼ਿੰਗਾਰ ਹੈ, ਤੁਲਸੀ ਹੈ, ਇਸ ਤਰ੍ਹਾਂ ਬਹੁਤ ਸਾਰੇ ਕਾੜੇ ਨੇ
ਜਿਹੜੇ ਨੇ ਉਹ ਯੂਜ਼ ਕਰ ਸਕਦੇ ਆ। ਫਿਰ ਐਕਸਰਸਾਈਜ਼, ਪੂਰੀ ਬਾਡੀ ਦੇ ਇਕੱਲੇ ਹਿੱਸੇ ਦੀ ਐਕਸਰਸਾਈਜ਼ ਕਰਨਾ ਤੇ ਆਪਾਂ ਨੇ ਇਕੱਲੇ ਹਿੱਸੇ ਨੂੰ ਸਟਰੋਂਗ ਰੱਖਣਾ ਤੇ ਇਕੱਲੇ ਜੋੜ ਨੂੰ ਮੂਵ ਕਰਨਾ। ਐਕਸਰਸਾਈਜ਼ ਕਈ ਵਾਰੀ ਅਸੀਂ ਕੋਈ ਐਕਸਰਸਾਈਜ਼ ਕਰੀ ਜਾਂਦੇ, ਵਾਕ ਹੀ ਕਰੀ ਜਾਂਦੇ ਬਸ। ਉਹ ਵਾਕ ਨਾਲ ਕੁਛ ਚੀਜ਼ਾਂ ਤਾਂ ਠੀਕ ਹੋ ਜਾਣਗੀਆਂ। ਵਾਕ ਵੀ ਅਸੀਂ ਜਿਹੜੇ ਕਰਦੇ ਆ ਲੋਕ ਤਾਂ ਬੜੀ ਲੇਜ਼ਰਲੀ ਜੀ ਵਾਕ ਕਰਦੇ ਆ। ਜਿਹੜੇ ਨੌਜਵਾਨ ਡਾਂਸ ਕਰਦੇ ਨੇ ਉਹ ਬਿਲਕੁਲ, ਡਾਂਸ ਬਹੁਤ ਵਧੀਆ ਚੀਜ਼ ਹੈ। ਡਾਂਸ ਔਰ ਗੇਮਾਂ ਤੇ ਕੰਮ, ਤਿੰਨ ਚੀਜ਼ਾਂ ਬੈਸਟ ਐਕਸਰਸਾਈਜ਼ ਹੁੰਦੀਆਂ ਨੇ। ਫਿਜ਼ੀਕਲ ਕੰਮ ਭਾਂਤ ਦਾ, ਕਿਉਂਕਿ ਉਹ 'ਚ ਭਾਂਤ ਦੀ ਐਕਟੀਵਿਟੀਜ਼ ਹੁੰਦੀਆਂ ਨੇ। ਡਾਂਸਿੰਗ ਦੇ ਵਿੱਚ ਵੀ ਜਿਹੜੇ ਪੋਜ਼ ਨੇ ਉਹ ਡਿਫਰੈਂਟ ਹੁੰਦੇ ਤੇ ਗੇਮਸ ਜਿਹੜੀਆਂ ਜਿੱਥੇ ਗੇਮ ਖੇਡਦੇ ਆ ਉਹ 'ਚ ਵੀ ਲਗਭਗ ਸਾਰੀ ਬਾਡੀ ਇਨਵੋਲਵ ਹੁੰਦੀ ਹੈ। ਫਿਰ ਜਦੋਂ ਤੁਸੀਂ ਖੁਸ਼ ਹੁੰਦੇ ਹੋ, ਖੁੱਲ੍ਹ ਕੇ ਖਿੜ ਕੇ ਖੁਸ਼ ਹੁੰਦੇ ਹੋ, ਉਦੋਂ ਵੀ ਤੁਹਾਡੀ ਸਾਰੀ ਬਾਡੀ ਇਨਵੋਲਵ ਹੁੰਦੀ ਹੈ। ਤਾਂ ਕੁਛ ਚੀਜ਼ਾਂ ਨੇ ਜਿਹੜੀਆਂ ਉਹਦੇ 'ਚ ਇਹ ਐਕਸਰਸਾਈਜ਼ ਜਿਹੜੀਆਂ ਨੇ, ਜਿਵੇਂ ਯੋਗਾ ਹੈ, ਯੋਗਾ ਦੇ ਆਸਨ ਤੇ ਪ੍ਰਾਣਾਯਾਮ ਤੁਸੀਂ ਸਾਰੇ ਕਰ ਲਓ ਤਾਂ ਤੁਹਾਡੀ ਸਾਰੀ ਬਾਡੀ ਇਨਵੋਲਵ ਹੋ ਜਾਂਦੀ ਹੈ। ਜੇ ਤੁਹਾਨੂੰ ਆਸਨ ਕਰਨੇ ਆਉਂਦੇ ਆ, ਟੋਟਲ ਸਾਰੇ 10-12 ਆਸਨ ਨੇ ਤੇ 7-8 ਪ੍ਰਾਣਾਯਾਮ ਨੇ ਤੇ ਟੋਟਲ 1 ਘੰਟਾ ਲੱਗਦਾ। ਤੇ ਜਿਹੜਾ ਬੰਦਾ 1 ਘੰਟਾ ਕਰ ਗਿਆ, ਉਹਦਾ ਕੱਲੀ ਬਾਡੀ ਦਾ ਪੁਰਜਾ ਕੱਲਾ ਜਿਹੜਾ ਉਹ ਠੀਕ ਹੋ ਜਾਂਦਾ। ਤਾਂ ਇਸ ਕਰਕੇ ਉਹ ਐਕਸਰਸਾਈਜ਼ ਜਿਹੜੀ ਹੈ। ਫਿਰ ਮਾਈਂਡ ਮੈਨੇਜਮੈਂਟ ਦੇ ਵਿੱਚ ਆਪਾਂ ਗੱਲਾਂ ਕਰਦੇ ਅਕਸਰ ਕਿ ਸਟ੍ਰੈਸ ਨੂੰ, ਤਣਾਅ ਨੂੰ ਆਪਣੇ ਉੱਪਰ ਭਾਰੂ ਨਹੀਂ ਹੋਣ ਦਿੰਦਾ, ਸਿਰ ਤੇ ਬੋਝ ਬਣ ਜਾਏ ਤੁਹਾਡੇ ਤਣਾਅ ਨੂੰ ਮੁਕਤ ਕਿਵੇਂ ਰਹਿਣਾ, ਉਹ ਹੈ। ਔਰ ਪੰਜਵਾਂ ਹੈ, ਜੇ ਕੋਈ ਹੈਲਪ ਲੈਣੀ ਹੈ ਤਾਂ ਫਿਰ ਕਿਹੜੀ ਪੈਥੀ ਦੀ ਲੈਣੀ ਹੈ। ਉਹ ਸਾਡੇ ਕੋਲ ਜਿਹੜੀਆਂ ਹਾਰਮਲੈਸ ਪੈਥੀਜ਼ ਨੇ, ਸਸਤੀਆਂ ਪੈਥੀਜ਼ ਨੇ, ਉਹਨੂੰ ਪਹਿਲਾਂ ਪ੍ਰੈਫਰ ਕਰੋ। ਤੁਹਾਡੇ ਕੋਲ ਹੋਮੋਪੈਥੀ ਬਹੁਤ ਪਿਆਰੀ ਸਾਇੰਸ ਹੈ, ਆਯੁਰਵੇਦ ਹੈ, ਯੋਗਾ ਹੈ, ਨੈਚੁਰੋਪੈਥੀ ਹੈ। ਸੋ ਅਨੇਕਾਂ ਸਾਇੰਸ ਹੈ, ਐਕੂਪ੍ਰੈਸ਼ਰ, ਐਕੂਪੰਕਚਰ ਹੈ ਵਧੀਆ। ਬਾਕੀ ਐਲੋਪੈਥੀ ਹੈ। ਐਲੋਪੈਥੀ ਅੰਦਰ ਬੜੀਆਂ ਵੰਡਰਫੁਲ ਚੀਜ਼ਾਂ ਨੇ, ਪਰ ਥੋੜ੍ਹੀ ਸਿਆਣਪ ਨਾਲ ਵਰਤੀਏ ਆਪਾਂ, ਤਾਂ ਕਿ ਜਿਹੜੇ ਫਾਲਤੂ ਦੇ ਕੈਮੀਕਲ ਲੋਡ ਨਾ ਪਾਈਏ ਆਪਣੀ ਬਾਡੀ 'ਤੇ। ਲੇਕਿਨ ਜਿੱਥੇ ਲੋੜ ਹੈ ਐਲੋਪੈਥੀ ਨੂੰ ਸਿਆਣਪ ਨਾਲ ਵਰਤੀਏ ਤਾਂ ਐਲੋਪੈਥੀ ਵੀ ਬਹੁਤ ਕਾਰਗਰ ਹੈ। ਬਹੁਤ ਸਾਰੀਆਂ ਬਿਮਾਰੀਆਂ ਸਾਨੂੰ ਬਹੁਤ ਮਰਦੇ ਬੰਦੇ ਨੂੰ ਵੀ ਉੱਪਰ ਚੱਕ ਲੈਂਦੇ ਆ। ਤਾਂ ਉਸ ਕਰਕੇ ਸਾਰੀਆਂ ਪੈਥੀਜ਼ ਨੂੰ ਜਾਣੀਏ, ਥੋੜ੍ਹਾ ਆਪਣੇ ਗੁਜ਼ਾਰੇ ਲੈ ਤੇ ਇੱਕ ਦੋਸਤ ਬਣਾਈਏ, ਕੋਈ ਡਾਕਟਰ ਜਿਹੜਾ ਅੱਛਾ ਤੁਹਾਨੂੰ ਗਾਈਡ ਹੋਵੇ, ਜਾਂ ਕੋਈ ਜਿਹੜਾ ਬੰਦਾ ਥੋੜ੍ਹਾ ਤੁਹਾਡੇ ਜ਼ਿਆਦਾ ਨੌਲੇਜੇਬਲ ਹੋਵੇ। ਤੇ ਪਲੱਸ ਗਰੁੱਪ ਬਣਾਈਏ ਆਪਾਂ। ਹਰ ਮਹੱਲੇ ਦੇ ਅੰਦਰ ਇੱਕ ਸਿਹਤ ਗਰੁੱਪ ਬਣਾਉਣਾ ਚਾਹੀਦਾ, ਪਿੰਡ ਹੋਵੇ ਚਾਹੇ ਸ਼ਹਿਰ ਹੋਵੇ, ਜਿੱਥੇ ਬੈਠ ਕੇ ਸਿਹਤ ਦੀਆਂ ਗੱਲਾਂ ਕਰੀਏ। ਤਾਂ ਕੋਈ ਗੱਲਾਂ ਕਰੇਗਾ ਤਾਂ ਕੋਈ ਗੱਲ ਕਿਸੇ ਕੋਲੇ ਰਲ ਮਿਲ ਕੇ ਆਪਾਂ ਸਾਰੇ ਸਿਆਣੇ ਹੋ ਜਾਵਾਂਗੇ। ਤਾਂ ਇਸ ਕਿਸਮ ਦਾ ਵਾਤਾਵਰਨ ਬਣਾਉਣਾ ਚਾਹੀਦਾ ਜਿਹੜਾ ਸਿਹਤ ਪੱਖੀ ਹੋਵੇ, ਵਾਤਾਵਰਨ ਪੱਖੀ ਹੋਵੇ, ਕੁਦਰਤ ਪੱਖੀ ਹੋਵੇ। ਤਾਂ ਇਹਦੇ 'ਚ ਇਹ ਸਾਰੀਆਂ ਬਿਮਾਰੀਆਂ ਦਾ ਹੱਲ ਹੈ। ਤੇ ਜੋ ਆਪਾਂ ਅੱਜ ਗੱਲ ਕਰ ਰਹੇ ਹਾਂ ਉਹਦਾ ਵੀ ਹੱਲ ਇਹੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਨਿਊਜ਼ ਪੰਜਾਬੀ 'ਚ ਗੱਲਬਾਤ ਕਰਨ ਲਈ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਅੱਜ ਹੱਥ ਪੈਰ ਸੁੰਨ ਕਿਉਂ ਹੁੰਦੇ ਨੇ, ਸਾਡੇ ਜਦੋਂ ਅਸੀਂ ਬੈਠ ਜਾਂਦੇ ਹਾਂ ਚੌਂਕੜੀ ਮਾਰ ਕੇ ਤਾਂ ਸਾਡੇ ਜਿਹੜੇ ਲੱਤਾਂ ਜਿਹੜੀਆਂ ਨੇ ਉਹ ਜਾਮ ਕਿਉਂ ਹੋ ਜਾਂਦੀਆਂ ਨੇ, ਖੁੱਲ੍ਹਦੀਆਂ ਕਿਉਂ ਨਹੀਂ, ਦਰਦ ਕਿਉਂ ਕਰਨ ਲੱਗ ਜਾਂਦੀਆਂ ਨੇ, ਹੱਥਾਂ ਪੈਰਾਂ ਦੇ ਵਿੱਚ ਜਿਹੜੀ ਹੈ ਸਾਡੇ ਜ਼ਖਮ ਕਿਉਂ ਹੋਣ ਲੱਗ ਜਾਂਦੇ ਨੇ ਗਰਮੀਆਂ ਦੇ ਵਿੱਚ, ਅਤੇ ਸਰਦੀਆਂ 'ਚ ਸੁੱਜਣ ਕਿਉਂ ਲੱਗ ਜਾਂਦੇ ਨੇ, ਇਹਦੇ ਬਾਰੇ ਪੂਰੇ ਜਿਹੜੇ ਵਿਸਥਾਰ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ ਅਤੇ ਸਾਨੂੰ ਦੱਸਿਆ ਕਿ ਇਹਨਾਂ ਦੇ ਕੀ ਕਾਰਨ ਨੇ ਅਤੇ ਇਹਨਾਂ ਚੀਜ਼ਾਂ ਨੂੰ ਆਪਾਂ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।